ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ ਤੇ। ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ। ਜਿਵੇਂ ਕਿ ਆਪਾਂ ਤੁਹਾਡੇ ਲਈ ਜਿਹੜੀਆਂ ਵੀਡੀਓਜ਼ ਨੇ ਉਹ ਲੈ ਕੇ ਆ ਰਹੇ ਹਾਂ, ਤੇ ਇਸ ਤੋਂ ਪਹਿਲਾਂ ਆਪਾਂ ਕਰਿਆ ਸੀਗਾ ਇੰਟੀਰੀਅਰ ਆਫ ਦਾ ਅਰਥ, ਮਤਲਬ ਕਿ ਧਰਤੀ ਦੇ ਅੰਦਰੂਨੀ ਭਾਗ ਦੇ ਬਾਰੇ ਜਿਓਗ੍ਰਾਫੀ ਦਾ ਜਿਹੜਾ ਟੌਪਿਕ ਸੀ ਉਹ ਆਪਾਂ ਮਤਲਬ ਕਿ ਇੱਕ ਪ੍ਰੋਪਰ ਕਵਰ ਕੀਤਾ। ਤਾਂ ਇਸ ਤੋਂ ਬਾਅਦ ਜਿਹੜਾ ਆਪਣਾ ਅੱਜ ਦਾ ਟੌਪਿਕ ਆ ਉਹ ਜਿਓਗ੍ਰਾਫੀ ਦਾ ਟੌਪਿਕ ਰਹਿਣ ਵਾਲਾ, ਤੇ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਹੀ ਕਰਨਾਗਾ, ਠੀਕ ਆ, ਪ੍ਰੋਪਰ। ਤੇ ਜਿਨ੍ਹਾਂ ਨੇ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਔਰ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨ, ਲਾਈਕ ਕਮੈਂਟ ਕਰਨ, ਤਾਂ ਜੋ ਸਾਨੂੰ ਵੀ ਅੱਗੇ ਮੋਟੀਵੇਸ਼ਨ ਮਿਲਦਾ ਰਹੇ। ਬਾਕੀ ਜਿਹੜੇ ਇਹ ਇੰਪੋਰਟੈਂਟ ਟੌਪਿਕ ਨੇ ਤੇ PPSC ਲਈ ਤਾਂ ਤੁਹਾਨੂੰ, ਠੀਕ ਆ, ਅਗਰ ਤੁਸੀਂ PPSC ਦੀ ਤਿਆਰੀ ਕਰਨੀ ਆ, UPSC ਦੀ ਤਿਆਰੀ ਕਰਨੀ ਆ, ਜਾਂ ਫਿਰ ਕੋਈ SSC ਦਾ ਐਗਜ਼ਾਮ ਦੇਣਾ, CGL ਵਗੈਰਾ ਦਾ, ਤਾਂ ਇਹਨਾਂ ਦੇ ਲਈ ਤੁਹਾਨੂੰ ਇਹ ਜਿਹੜੀਆਂ ਵੀਡੀਓ ਨੇ ਉਹ ਬਹੁਤ ਜ਼ਿਆਦਾ ਹੈਲਪਫੁਲ ਰਹਿਣ ਵਾਲੀਆਂ ਨੇ, ਕਿਉਂਕਿ ਇਹਨਾਂ ਦੇ ਵਿੱਚ ਤੁਹਾਨੂੰ ਮਤਲਬ ਕਿ ਇਨ ਡੈਪਥ ਪੂਰਾ ਪ੍ਰੋਪਰ ਪੜ੍ਹਨਾ ਪੈਂਦਾ। ਤਾਂ ਤੁਹਾਡੇ ਲਈ ਜਿਹੜਾ ਹੁਣ ਆਪਾਂ ਲੈ ਕੇ ਆਉਂਦੇ ਇਹਦੇ ਵਿੱਚ NCERT ਵੀ ਇਨਕਲੂਡ ਆ, ਠੀਕ ਆ, ਔਰ ਬਾਕੀ ਜਿਹੜੀਆਂ ਮਤਲਬ ਕਿ ਸਟੈਂਡਰਡ ਬੁੱਕਸ ਹੁੰਦੀਆਂ ਨੇ ਉਹਨਾਂ ਦੇ ਇਨਪੁਟਸ ਵੀ ਨੇ ਜਿਹੜੇ ਉਹ ਇਹਦੇ ਮਤਲਬ ਕਿ ਤੁਹਾਨੂੰ ਵਿੱਚ ਸ਼ਾਮਲ ਕਰਕੇ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ। ਤਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋਗੇ। ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਹੈਗਾ ਸਟਰਕਚਰ ਆਫ ਦਾ ਐਟਮੋਸਫੀਅਰ, ਠੀਕ ਆ। ਤਾਂ ਇਹ ਜਿਓਗ੍ਰਾਫੀ ਦਾ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜੇ ਟੌਪਿਕ ਨੇ, ਸਾਰੇ ਆਪਾਂ ਮਤਲਬ ਕਿ ਜਿਓਗ੍ਰਾਫੀ ਹੀ ਕਰ ਰਹੇ ਹਾਂ ਹੁਣ। ਤਾਂ ਜਿਵੇਂ PPSC, SSC, PSSSB ਜਾਂ UPSC, ਮਤਲਬ ਕਿ ਇਹਨਾਂ ਦੇ ਲਈ ਤਾਂ ਚਲੋ ਤੁਸੀਂ ਘੱਟ ਵੀ ਪੜ੍ਹੋਗੇ ਨਾ, ਮਤਲਬ ਕਿ 1 ਲਾਈਨਰ ਪੜ੍ਹ ਲਓਗੇ, ਤਾਂ PSSSB ਲਈ ਤਾਂ ਬਸ ਉਹੀ ਤੁਹਾਡਾ ਸਫੀਸ਼ੈਂਟ ਹੋ ਜਾਂਦਾ। ਪਰ ਆਹ ਜੋ ਤਿੰਨੋਂ ਚੀਜ਼ਾਂ ਨੇ ਨਾ, ਇਹਨਾਂ ਦੇ ਲਈ ਤੁਹਾਨੂੰ ਮਤਲਬ ਕਿ ਡੈਪਥ ਦੇ ਵਿੱਚ ਆ ਜਿਹੜਾ ਉਹ ਪੜ੍ਹਨਾ ਪੈਂਦਾ। ਤਾਂ ਕਰਕੇ ਅੱਜ ਆਪਣਾ ਜਿਹੜਾ ਟੌਪਿਕ ਉਹਨੂੰ ਆਪਾਂ ਸਟਾਰਟ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਐਟਮੋਸਫੇਅਰ ਦੀ ਗੱਲ ਕਰਦੇ ਹਾਂ। ਤਾਂ ਐਟਮੋਸਫੇਅਰ ਹੁੰਦੀ ਕੀ ਆ? ਐਟਮੋਸਫੇਅਰ ਦੇ ਵਿੱਚ ਦੇਖੋ ਆਪਣੀ ਜਿਹੜੀ ਅਰਥ ਆ ਨਾ, ਅਰਥ ਦੇ ਆਲੇ ਦੁਆਲੇ ਇੱਕ ਇਨਵੈਲਪ, ਜਾਣੀ ਕਿ ਇੱਕ ਗਲਾਫ ਆ ਹਵਾ ਦਾ ਜਾਂ ਗੈਸਾਂ ਦਾ। ਤੇ ਗੈਸਾਂ ਦੇ ਗਲਾਫ ਨੂੰ ਅਸੀਂ ਕੀ ਕਹਿੰਦੇ ਆ? ਬਲੈਂਕ ਟੌਪ ਦਾ ਗੈਸ, ਮਤਲਬ ਕਿ ਕਾਫੀ ਜ਼ਿਆਦਾ ਹਜ਼ਾਰਾਂ ਕਿਲੋਮੀਟਰ ਤੱਕ ਸਾਡੇ ਫੈਲਿਆ ਹੋਇਆ। ਤਾਂ ਇਹਨੂੰ ਅਸੀਂ ਕੀ ਕਹਿੰਦੇ ਆ? ਇਸੇ ਨੂੰ ਅਸੀਂ ਬੋਲਦੇ ਆ ਐਟਮੋਸਫੇਅਰ। ਕਲੀਅਰ ਆ? ਤੇ ਜਿਹੜਾ ਸਾਡੇ ਆਲੇ ਦੁਆਲੇ ਮਤਲਬ ਕਿ ਇੱਕ ਬਾਉਂਡਰੀ ਬਣੀ ਹੋਈ ਆ ਨਾ ਆਊਟਰ ਸਪੇਸ ਦੀ ਤੇ ਬਾਇਓਸਫੀਅਰ ਦੇ, ਤਾਂ ਉਹਨੂੰ ਅਸੀਂ ਕੀ ਕਹਿੰਦੇ ਆ? ਇਹਦੇ 'ਚ ਮਤਲਬ ਕਿ ਅਡੋਰਲੈਸ, ਕਲਰਲੈਸ, ਟੇਸਟਲੈਸ, ਫਾਰਮਲੈਸ ਸਾਰੀਆਂ ਮਿਲ ਕੇ ਇੱਕ ਸਿੰਗਲ ਗੈਸ ਬਣ ਜਾਂਦੀ ਹੈ, ਤੇ ਦੈਨ ਅਸੀਂ ਉਹਨੂੰ ਕੀ ਕਹਿ ਦਿੰਦੇ ਆ? ਐਟਮੋਸਫੇਅਰ ਕਹਿ ਦਿੰਦੇ ਆ। ਤਾਂ ਮਤਲਬ ਜਿਵੇਂ ਕਿ ਆਪਣੀ ਲੈਂਡ ਹੋ ਗਈ, ਵਾਟਰ ਹੋ ਗਈ, ਤਾਂ ਇਹਨਾਂ ਦੇ ਵਾਂਗੂ ਜਿਹੜਾ ਐਟਮੋਸਫੇਅਰ ਆ ਇਹ ਵੀ ਇੱਕ ਇੰਟਰੀਗਲ ਪਾਰਟ ਆਫ ਅਰਥ ਦਾ, ਮਤਲਬ ਆਪਣੀ ਧਰਤੀ ਦਾ ਇਹ ਵੀ ਇੱਕ ਕੀ ਆ? ਇੰਟਰੀਗਲ ਪਾਰਟ। ਤਾਂ ਐਟਮੋਸਫੇਅਰ ਦੇ ਬਾਰੇ ਆ ਤਾਂ ਇੱਕ ਬੇਸਿਕ ਜੀ ਇਨਫੋਰਮੇਸ਼ਨ ਆ। ਤਾਂ ਮਤਲਬ ਮਿਕਸਚਰ ਆ ਇਹ ਵੱਖ-ਵੱਖ ਗੈਸਾਂ ਦਾ, ਜਿਵੇਂ ਕਿ ਇਹਦੇ 'ਚ ਇੱਕ ਮੁੱਖ ਗੈਸ ਆਕਸੀਜਨ, ਇਹ ਕਿਹਦੇ ਲਈ ਆ? ਆਪਣੇ ਹਿਊਮਨ ਲਈ ਆ ਔਰ ਐਨੀਮਲਸ ਦੇ ਲਈ ਆ ਨਾ। ਤਾਂ ਇਹਨਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਤਾਂ ਮਤਲਬ ਦੇਖੋ ਵੀ ਜੇ ਇਹ ਨੇ, ਇਹ ਤਾਂ ਇਹ ਆਕਸੀਜਨ ਇਹਨਾਂ ਨੂੰ ਵੀ ਚਾਹੀਦੀ ਆ। ਤਾਂ ਆਕਸੀਜਨ ਕਿੱਥੋਂ ਮਿਲ ਰਹੀ ਆ? ਉਹ ਸਾਨੂੰ ਟਰੀਜ਼ ਤੋਂ ਮਿਲਦੀ ਆ। ਤਾਂ ਟਰੀਜ਼ ਦੇ ਲਈ ਵੀ ਤਾਂ ਕੋਈ ਗੈਸ ਜ਼ਰੂਰੀ ਹੋਊਗੀ, ਉਹਨਾਂ ਲਈ ਕਾਰਬਨ ਡਾਈਆਕਸਾਈਡ, ਤੇ ਆਪਾਂ ਕਾਰਬਨ ਡਾਈਆਕਸਾਈਡ ਮਤਲਬ ਬਾਹਰ ਕੱਢਦੇ ਹਾਂ। ਤਾਂ ਕਰਕੇ ਦੇਖੋ ਇਹ ਮਤਲਬ ਕਿ ਆਪਸ ਦੇ ਵਿੱਚ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਨੇ, ਠੀਕ ਆ। ਤਾਂ ਇਦੋਂ ਬਾਅਦ ਦੇ ਵਿੱਚ ਮਤਲਬ ਜਿਹੜਾ ਆਪਣੇ ਇਹ ਇਨਵੈਲਪ ਬਣਿਆ ਨਾ, ਮਤਲਬ ਆਪਣੇ ਆਸੇ ਪਾਸੇ ਇਹ ਗਲਾਫ ਬਣਿਆ ਗੈਸਾਂ ਦਾ, ਤਾਂ ਇਹ ਪਲੇਸ ਬਾਈ ਗ੍ਰੈਵਿਟੀ ਆਫ ਦਾ ਅਰਥ, ਮਤਲਬ ਕਿ ਧਰਤੀ ਦੀ ਕਾਹਦੇ ਕਰਕੇ ਖੜਾ? ਇਹ ਗ੍ਰੈਵਿਟੀ ਦੇ ਕਰਕੇ ਖੜਾ, ਮਤਲਬ ਕਿ ਧਰਤੀ ਦੀ ਗੁਰਤਾਕਰਸ਼ਣ ਜਿਹੜੀ ਖਿੱਚ ਆ ਉਹਦੇ ਕਰਕੇ ਖੜਾ। ਤਾਂ ਇਹ ਮਤਲਬ ਕਿ ਕੀ ਕਰਦਾ? ਸਟੋਪਿੰਗ ਦਾ ਅਲਟਰਾ ਵਾਇਲਟ ਰੇਜ਼ ਹਾਰਮਫੁਲ ਟੂ ਦਾ ਲਾਈਫ ਐਂਡ ਮੇਨਟੇਨਸ ਦਾ ਸੁਟੇਬਲ ਟੈਂਪਰੇਚਰ ਨੈਸੈਸਰੀ ਫॉर ਲਾਈਫ। ਮਤਲਬ ਜਿੰਨਾ ਕੁ ਸਾਨੂੰ ਟੈਂਪਰੇਚਰ ਲਾਈਫ ਦੇ ਲਈ ਚਾਹੀਦਾ, ਤਾਂ ਉਹਦੇ ਲਈ ਵੀ ਇਹ ਮਤਲਬ ਕਿ ਉਹਨੂੰ ਇੱਕ ਸਟੇਬਲ ਕਰਕੇ ਰੱਖਣ ਦੇ ਲਈ ਬਹੁਤ ਜ਼ਿਆਦਾ ਆਪਦਾ ਯੋਗਦਾਨ ਪਾਉਂਦਾ। ਜਿਹੜਾ ਐਟਮੋਸਫੇਅਰ ਦੀ ਗੱਲ ਕਰੀਏ, ਮਤਲਬ ਕਿ ਇਹ 1600 ਕਿਲੋਮੀਟਰ ਅਰਥ ਦੇ ਸਰਫੇਸ ਤੋਂ ਆ। ਬਾਕੀ ਜਿਹੜਾ 99% ਆ ਨਾ ਟੋਟਲ ਮਾਸ ਆਫ ਦਾ ਐਟਮੋਸਫੇਅਰ, ਮਤਲਬ ਕਿ ਜੇ ਆਪਾਂ ਕਹੀਏ ਵੀ ਪੂਰਾ 100% ਐਟਮੋਸਫੇਅਰ ਆ, ਤਾਂ ਇਹਦੇ ਚੋਂ ਜਿਹੜਾ 99% ਐਟਮੋਸਫੇਅਰ ਆ ਨਾ, ਤੇ ਉਹ ਸਾਨੂੰ ਕਿੱਥੇ ਮਿਲ ਜਾਂਦਾ? 32 ਕਿਲੋਮੀਟਰ ਦੀ ਹਾਈਟ 'ਤੇ ਹੀ ਮਿਲ ਜਾਂਦਾ ਧਰਤੀ ਦੇ ਸਰਫੇਸ ਤੋਂ, ਠੀਕ ਆ। ਤੇ ਜਿਹੜਾ ਬਾਕੀ ਦਾ 1% ਬਚ ਗਿਆ, ਉਹ ਬਾਕੀ ਦੇ ਜਿਹੜੇ ਇਹਦੀਆਂ ਸਪੇਅਰ ਪੜਾਂਗੇ ਆਪਾਂ ਅੱਗੇ, ਤਾਂ ਉਹਨਾਂ ਦੇ ਵਿੱਚ ਮਿਲ ਜਾਂਦਾ। ਪਰ ਆਪਾਂ ਦੇਖੋ ਵੀ ਇਹਦੇ 'ਚ ਜਿਹੜਾ ਆਪਣਾ 32 ਕਿਲੋਮੀਟਰ ਤੱਕ ਆ, 99% ਜਾਣੀ ਕਿ ਸਾਰਾ ਹੀ ਕਹਿ ਲਓ ਤੁਸੀਂ, ਮਾੜਾ ਮੋਟਾ ਛੱਡ ਕੇ, ਤਾਂ 1% ਛੱਡ ਕੇ ਬਾਕੀ ਸਾਰਾ ਆਪਾਂ ਨੂੰ ਕਿੱਥੇ ਤੱਕ ਮਿਲ ਜਾਂਦਾ? 32 ਕਿਲੋਮੀਟਰ ਦੀ ਹਾਈਟ ਫਰੋਮ ਸਰਫੇਸ। ਸਰਫੇਸ ਹੁੰਦਾ ਧਰਤੀ ਦਾ ਧਰਾਤਲ, ਤਾਂ ਉਹ ਤੋਂ ਲੈ ਕੇ ਜਿਹੜਾ ਸਾਨੂੰ ਮਿਲ ਜਾਂਦਾ, ਤੇ ਉਹਦੇ ਬਾਰੇ ਆਪਾਂ ਇੱਥੇ ਦੇਖ ਲਿਆ, ਠੀਕ ਆ। ਤਾਂ ਇੱਥੋਂ ਤੱਕ ਕਿਸੇ ਨੂੰ ਕੋਈ ਡਾਊਟ ਆ, ਦੈਨ ਉਹ ਤੁਸੀਂ ਕਮੈਂਟ ਕਰਕੇ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ। ਟੈਲੀਗ੍ਰਾਮ 'ਤੇ ਆਪਦਾ ਡਾਊਟ ਲਿਖ ਸਕਦੇ ਹੋ, ਔਰ ਇੰਸਟਾਗ੍ਰਾਮ 'ਤੇ ਸਾਡੇ ਨਾਲ ਜੁੜ ਕੇ ਜਿਹੜੇ ਨੂੰ ਵੀ ਕੋਈ ਮਤਲਬ ਕਿ ਕੋਈ ਡਾਊਟ ਹੁੰਦਾ ਨਾ, ਤਾਂ ਮਤਲਬ ਉਹ ਤੁਸੀਂ ਕਰ ਸਕਦੇ ਹੋ, ਠੀਕ ਆ। ਤਾਂ ਹੁਣ ਜਿਹੜਾ ਇਹ ਆਪਣਾ ਪਹਿਲਾਂ ਦੇਖੋ ਤੁਸੀਂ ਐਟਮੋਸਫੇਅਰ ਦੀ ਗੱਲ ਕਰਦੇ ਸੀ ਨਾ ਆਪਾਂ, ਤਾਂ ਇੱਥੇ ਦੇਖੋ ਐਟਮੋਸਫੇਅਰ ਦੇ ਬਾਰੇ ਗੱਲ ਕਰਦੇ ਹਾਂ। ਤੇ ਐਟਮੋਸਫੇਅਰ ਆ ਜਿਹੜਾ ਮਤਲਬ ਕਿ ਕਿਵੇਂ ਹੁੰਦਾ? ਮਤਲਬ ਇਹਦੇ 'ਚ ਬਹੁਤ ਚੀਜ਼ਾਂ ਆਉਂਦੀਆਂ, ਵਲਕੈਨਿਕ ਇਰਪਸ਼ਨ ਦੇ ਨਾਲ ਵੀ, ਹੌਟ ਸਪਰਿੰਗ ਮਤਲਬ ਜਿਹੜੇ ਆ ਭਾਪ ਦੇ ਆਪਣੇ ਗਰਮ ਫੁਹਾਰੇ ਚਸ਼ਮੇ ਹੁੰਦੇ ਆ, ਤੇ ਕੈਮੀਕਲ ਬ੍ਰੇਕਡਾਊਨ ਸੋਲਿਡ ਮੈਟਰਸ ਦਾ ਹੁੰਦਾ ਰਹਿੰਦਾ। ਜੇ ਮਤਲਬ ਇਹ ਆਪਣੇ ਨਾ ਹੁੰਦਾ ਤਾਂ ਧਰਤੀ ਵੀ ਆਪਣੀ ਜਿਹੜੀ ਇੱਕ ਚੰਦਰਮਾ ਵਾਂਗ ਆ ਨਾ, ਬੈਰਨ ਜਾਣੀ ਕਿ ਬੰਜਰ ਕਹਿ ਲਓ ਤੁਸੀਂ, ਤਾਂ ਉਵੇਂ ਦੀ ਆਪਣੀ ਇਹ ਚੀਜ਼ ਆ ਹੋਣੀ ਸੀ ਜੇ ਆਪਣੇ ਐਟਮੋਸਫੇਅਰ ਨਾ ਹੁੰਦਾ ਧਰਤੀ 'ਤੇ, ਓਕੇ। ਤੇ ਇਦੋਂ ਬਾਅਦ ਇਹਦਾ ਇੱਕ ਹੁੰਦਾ ਐਟਮੋਸਫੇਅਰਿਕ
ਪ੍ਰੈਸ਼ਰ, ਮਤਲਬ ਇਹ ਇੰਪੋਰਟੈਂਟ ਪੁਆਇੰਟ ਆ ਵੀ ਐਟਮੋਸਫੇਅਰਿਕ ਪ੍ਰੈਸ਼ਰ ਕੀ ਹੁੰਦਾ। ਦੇਖੋ ਜਿਹੜੀ ਹਵਾ ਹੁੰਦੀ ਆ ਨਾ, ਤੇ ਮਤਲਬ ਇਹਦੇ 'ਚ ਆਪਦੇ ਵੇਟ ਦੇ ਕਾਰਨ ਜਿਹੜਾ ਇਹਦਾ ਹਵਾ ਦਾ ਵੇਟ ਹੁੰਦਾ ਤਾਂ ਉਹਨੂੰ ਅਸੀਂ ਕੀ ਕਹਿੰਦੇ ਇਹਦਾ ਪ੍ਰੈਸ਼ਰ ਹੁੰਦਾ, ਤੇ ਇਹਨੂੰ ਅਸੀਂ ਐਟਮੋਸਫੇਅਰ ਦਾ ਪ੍ਰੈਸ਼ਰ ਕਹਿ ਦਿੰਦੇ ਆ। ਠੀਕ ਆ, ਤਾਂ ਇਹਦੇ 'ਚ ਆਪਣਾ ਜਿਹੜਾ ਪ੍ਰੈਸ਼ਰ ਆ ਨਾ, ਇਹ ਦਾ ਐਟਮੋਸਫੇਅਰ ਪ੍ਰੈਸ਼ਰ ਐਟ ਦਾ ਸੀ ਲੈਵਲ ਤੇ ਕਿੰਨਾ ਹੁੰਦਾ 1034 ਗ੍ਰਾਮ ਪਰ ਸਕੁਅਰ ਸੈਂਟੀਮੀਟਰ। ਬਸ ਆ ਤੁਸੀਂ ਫੈਕਟ ਆ, ਇਹ ਤੁਸੀਂ ਬਸ ਐਵੇਂ ਐਜ਼ ਇਟ ਯਾਦ ਹੀ ਕਰਨਾ ਇਹਨੂੰ। ਠੀਕ ਆ, ਬਾਕੀ ਗੈਸ ਦਾ ਆਪਦੇ ਭਾਰ ਕਰਕੇ ਸੀ ਲੈਵਲ ਤੇ ਮਤਲਬ ਸਭ ਤੋਂ ਜ਼ਿਆਦਾ ਜੇ ਪੁੱਛਿਆ ਜਾਵੇ ਤੁਹਾਨੂੰ ਕਿੱਥੇ ਹੁੰਦਾ, ਸਭ ਤੋਂ ਜ਼ਿਆਦਾ ਇਹ ਸੀ ਲੈਵਲ ਤੇ ਹੀ ਹੁੰਦਾ। ਠੀਕ ਆ, ਤੇ ਬਾਕੀ ਦੂਸਰੇ ਹੋਰ ਜਗ੍ਹਾ ਤੇ ਘੱਟ ਹੁੰਦਾ। ਸੀ ਲੈਵਲ ਤੇ ਜਿਹੜਾ ਐਟਮੋਸਫੇਅਰ ਪ੍ਰੈਸ਼ਰ ਆ ਉਹ ਸਭ ਤੋਂ ਜ਼ਿਆਦਾ ਹੁੰਦਾ। ਇੱਥੋਂ ਤੱਕ ਕਲੀਅਰ। ਤਾਂ ਹੁਣ ਦੇਖੋ ਦ ਐਟਮੋਸਫੀਅਰ ਇਜ਼ ਕੰਪੋਜ਼ਡ ਆਫ, ਮਤਲਬ ਕਿ ਕਾਹਦਾ ਬਣਦਾ, ਤਾਂ ਇੱਕ ਇਹਦੇ 'ਚ ਤਾਂ ਗੈਸਾਂ ਹੁੰਦੀਆਂ ਨੇ, ਵਾਟਰ ਵੈਪਰ ਹੁੰਦੇ ਨੇ, ਪਾਰਟੀਕਲੇਟਸ ਹੁੰਦੇ ਨੇ। ਤਾਂ ਹੁਣ ਗੈਸਾਂ ਤਾਂ ਆਪਾਂ ਦੇਖ ਹੀ ਲਈਆਂ, ਮਤਲਬ ਇਹਨਾਂ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਆਪਾਂ ਦੇਖੀਏ ਨਾ ਵੀ ਜੇ ਕਿਤੇ ਵਲਕੈਨੋ ਆਉਂਦਾ, ਮਤਲਬ ਕਿ ਵਲਕੈਨੋ ਜਵਾਲਾਮੁਖੀ ਫਟਦਾ, ਉਹਦੇ 'ਚੋਂ ਬਹੁਤ ਜ਼ਿਆਦਾ ਗੈਸਾਂ ਵੀ ਨਿਕਲਦੀਆਂ ਨੇ, ਉਹਦੇ 'ਚੋਂ ਵਾਟਰ ਵੈਪਰ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਨਿਕਲਦੇ ਨੇ। ਤਾਂ ਉਹਦੇ 'ਚੋਂ ਕੁਛ ਪਾਰਟੀਕਲ, ਡਸਟ ਪਾਰਟੀਕਲ ਵਗੈਰਾ ਜਾਂ ਹੋਰ ਕੋਈ ਵੀ ਪਾਰਟੀਕਲੇਟਸ ਹੁੰਦੇ ਨੇ ਤਾਂ ਉਹ ਵੀ ਬਹੁਤ ਜ਼ਿਆਦਾ ਨਿਕਲਦੇ ਨੇ। ਤਾਂ ਇਹ ਤਿੰਨ ਮੁੱਖ ਚੀਜ਼ਾਂ ਨੇ ਵੀ ਜਿਨ੍ਹਾਂ ਤੋਂ ਕੰਪੋਜ਼ ਕਰਕੇ ਆਪਣਾ ਜਿਹੜਾ ਐਟਮੋਸਫੇਅਰ ਆ ਉਹ ਮਤਲਬ ਕਿ ਬਣਦਾ। ਕਲੀਅਰ ਆ, ਬਣਨ ਦੇ ਲਈ ਗੈਸਾਂ ਨੇ, ਵਾਟਰ ਵੈਪਰ ਨੇ, ਠੀਕ ਆ, ਤੇ ਆਪਣੇ ਪਾਰਟੀਕਲੇਟਸ ਨੇ। ਬਾਕੀ ਇਹਨਾਂ ਤੋਂ ਬਿਨਾਂ ਜੇ ਗੈਸਾਂ ਤੋਂ ਬਿਨਾਂ ਗੱਲ ਕਰੀਏ ਤਾਂ ਇੱਕ ਆਪਣੇ ਕੁਝ ਸੋਲਿਡ ਤੇ ਲਿਕੁਇਡ ਵੀ ਹੁੰਦੇ ਨੇ ਨਾ, ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਐਰੋਸੋਲਸ। ਆ ਇੱਕ ਵਾਰ ਡੈਫੀਨੇਸ਼ਨ ਆਈ ਹੋਈ ਸੀ ਤਾਂ ਕਰਕੇ ਤੁਹਾਨੂੰ ਅਲੱਗ ਤੋਂ ਹਾਈਲਾਈਟ ਕਰਕੇ ਦਿੱਤਾ ਇਹ। ਤਾਂ ਮਤਲਬ ਐਰੋਸੋਲ ਕੀ ਹੁੰਦੇ ਆ, ਤਾਂ ਇਹ ਸੋਲਿਡ ਤੇ ਲਿਕੁਇਡ ਪਾਰਟੀਕਲਸ ਹੁੰਦੇ ਨੇ ਵਿਦਆਊਟ ਗੈਸਾਂ ਤੋਂ, ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ, ਐਰੋਸੋਲ ਕਹਿੰਦੇ ਆ। ਕਲੀਅਰ ਆ। ਤਾਂ ਇੱਕ ਹੁੰਦਾ ਪ੍ਰੈਸ਼ਰ ਗ੍ਰੇਡੀਐਂਟ, ਠੀਕ ਆ, ਇੱਕ ਕੀ ਹੁੰਦਾ ਪ੍ਰੈਸ਼ਰ ਗ੍ਰੇਡੀਐਂਟ। ਮਤਲਬ ਜਿਹੜੀ ਹਵਾ ਗਈ ਨਾ, ਇਹ ਆਪਣੀ ਹਵਾ ਗਈ ਨਾ, ਇਹ ਇੱਕ ਸਮਾਨ ਨਹੀਂ ਬਿਖਰੀ ਹੋਈ। ਹਵਾ ਜਿਹੜੀ ਕੀ ਆ ਉਹ ਇੱਕ ਸਮਾਨ ਆਪਣੀ ਨਹੀਂ ਬਿਖਰੀ ਹੋਈ। ਤਾਂ ਹੁਣ ਪ੍ਰੈਸ਼ਰ ਗ੍ਰੇਡੀਐਂਟ ਦੀ ਗੱਲ ਕਰ ਰਹੇ ਹਾਂ, ਤਾਂ ਇਹ ਹਵਾ ਜਿਹੜੀ ਆਪਣੀ ਇੱਕ ਸਮਾਨ ਨਹੀਂ ਖਿਲਰੀ ਹੋਈ। ਤਾਂ ਆਈਸੋਬਾਰ 'ਚ ਅਲੱਗ-ਅਲੱਗ ਵੈਲਿਊ ਹੁੰਦੀ ਆ ਇਹਨਾਂ ਦੀ, ਹਰੇਕ ਅਲੱਗ ਜਗ੍ਹਾ 'ਤੇ, ਮਤਲਬ ਕਿ ਆਈਸੋਬਾਰ 'ਚ ਹਰੇਕ ਜਗ੍ਹਾ ਅਲੱਗ-ਅਲੱਗ ਵੈਲਿਊ ਹੈ ਇਹਦੀ। ਠੀਕ ਆ, ਜਿਹੜੀ ਆਪਣੀ ਏਅਰ ਆ ਨਾ, ਇਹਦੀ ਕੀ ਆ, ਆਪਣੇ ਅਲੱਗ-ਅਲੱਗ ਵੈਲਿਊ ਆ। ਜਿਹੜਾ ਪ੍ਰੈਸ਼ਰ ਦਾ ਬਦਲਾਅ ਆ ਇਹ ਪਰ ਯੂਨਿਟ ਹੌਰੀਜ਼ੋਂਟਲੀ ਆ, ਮਤਲਬ ਕਿ ਹੌਰੀਜ਼ੋਂਟਲੀ ਤਰੀਕੇ ਦੇ ਨਾਲ ਕੀ ਨੇ ਇਹ ਬਦਲਦੀ ਆ ਆਪਣੇ। ਤਾਂ ਹਾਈ ਤੋਂ ਲੋ ਪ੍ਰੈਸ਼ਰ ਨੂੰ ਜਿਹੜਾ ਚੀਜ਼ ਦਿਖਾਉਂਦੀ ਆ ਉਹਨੂੰ ਅਸੀਂ ਕੀ ਕਹਿੰਦੇ ਆ, ਪ੍ਰੈਸ਼ਰ ਗ੍ਰੇਡੀਐਂਟ ਬੋਲਦੇ ਆ। ਤੇ ਇਹਦਾ ਇੱਕ ਹੋਰ ਨਾਮ ਵੀ ਆ ਬੈਰੋਮੀਟ੍ਰਿਕ ਸਲੋਪ। ਤਾਂ ਉਮੀਦ ਕਰਦੇ ਆ ਵੀ ਤੁਹਾਨੂੰ ਇਹ ਕਲੀਅਰ ਹੋਊਗਾ। ਠੀਕ ਆ, ਤਾਂ ਇੱਕ ਹੁੰਦਾ ਆਪਣੇ ਕੋਲੇ ਸੋਲਰ ਕੌਂਸਟੈਂਟ। ਠੀਕ ਹੈ, ਇਹ ਮਤਲਬ ਬੇਸਿਕ ਜਿਹੀਆਂ ਟਰਮ ਨੇ, ਤੁਹਾਨੂੰ ਇਹ ਪਹਿਲਾਂ ਹੀ ਦੱਸਦੀ ਹੈ, ਫਿਰ ਬਾਅਦ ਦੇ ਵਿੱਚ ਤੁਹਾਨੂੰ ਕਨਫਿਊਜ਼ਨ ਹੁੰਦੀ ਰਹਿੰਦੀ ਆ। ਸੋਲਰ ਕੌਂਸਟੈਂਟ, ਸੋਲਰ ਮਤਲਬ ਕਿ ਸੂਰਜੀ, ਕੌਂਸਟੈਂਟ ਦਾ ਮਤਲਬ ਕਿ ਇਹਦਾ ਫਿਕਸ ਰਹਿਣਾ। ਤਾਂ ਮਤਲਬ 1.968 ਕੈਲੋਰੀ ਪਰ ਸਕੁਅਰ ਸੈਂਟੀਮੀਟਰ ਪਰ ਮਿੰਟ। ਠੀਕ ਆ, ਤਾਂ ਮਤਲਬ ਇਹ ਕੀ ਆ, ਮਤਲਬ ਲਗਭਗ 2 ਕੈਲੋਰੀ 1 ਮਿੰਟ ਦੇ ਵਿੱਚ ਜਿਹੜੀ ਆਪਾਂ ਨੂੰ ਹੁੰਦੀ ਆ ਉਹਨੂੰ ਅਸੀਂ ਕੀ ਕਹਿੰਦੇ ਆ। ਮਤਲਬ ਇਹਦੇ 'ਚ ਕੀ ਆ, ਕੈਲੋਰੀ ਦਾ ਮਤਲਬ ਇੱਥੇ ਕੀ ਆ, ਕੈਲੋਰੀ ਦਾ ਮਤਲਬ ਕੀ ਆ, ਕੈਲੋਰੀ ਦਾ ਮਤਲਬ ਇੱਥੇ ਉਹ ਆ, ਉਹ ਅਮਾਊਂਟ ਜਾਂ ਊਰਜਾ ਦਾ ਉਹ ਅਮਾਊਂਟ, ਉਨੀ ਊਰਜਾ ਜਿਹੜੀ 1 ਗ੍ਰਾਮ ਪਾਣੀ ਨੂੰ 1 ਗ੍ਰਾਮ ਪਾਣੀ ਦਾ ਐਟ 15 ਡਿਗਰੀ ਸੈਲਸੀਅਸ 15 ਡਿਗਰੀ ਸੈਂਟੀਗ੍ਰੇਡ ਦੇ ਉੱਤੇ 1 ਡਿਗਰੀ ਸੈਲਸੀਅਸ ਟੈਂਪਰੇਚਰ ਉਹਦਾ ਜਿਹੜਾ ਵਧਾ ਦੇ। ਤੇ ਦੁਬਾਰੇ ਸੁਣੋ, ਸੋਲਰ ਕੌਂਸਟੈਂਟ ਮਤਲਬ ਇਹ ਕਿੰਨੀ ਹੁੰਦੀ ਆ, 1.968 ਕੈਲੋਰੀ ਪਰ ਸਕੁਅਰ ਸੈਂਟੀਮੀਟਰ ਪਰ ਮਿੰਟ। ਵੀ ਸਾਡੇ ਕੋਲ 1 ਗ੍ਰਾਮ ਪਾਣੀ ਆ, ਉਹਦਾ ਅਸੀਂ 1 ਡਿਗਰੀ ਸੈਲਸੀਅਸ ਟੈਂਪਰੇਚਰ ਵਧਾਉਣਾ, ਤੇ ਉਹ ਵਧਾਉਣਾ ਕਿੰਨੇ, 15 ਡਿਗਰੀ ਸੈਂਟੀਗ੍ਰੇਡ 'ਤੇ ਵਧਾਉਣਾ, ਸੈਲਸੀਅਸ 'ਤੇ ਵਧਾਉਣਾ। ਤਾਂ ਉਹਦੇ ਲਈ ਜਿੰਨੀ ਊਰਜਾ ਚਾਹੀਦੀ ਆ ਉਹਨੂੰ ਅਸੀਂ ਕਹਿੰਦੇ ਸੋਲਰ ਕੌਂਸਟੈਂਟ ਜਾਂ ਕੈਲੋਰੀ। ਕਲੀਅਰ ਆ। ਤਾਂ ਮਤਲਬ ਆਹ ਸੀ ਇਹਦੀਆਂ ਬੇਸਿਕ ਟਰਮ ਨੇ ਜਿਹੜੀਆਂ। ਤਾਂ ਹੁਣ ਦੇਖੋ ਅੱਗੇ ਇਹਦੇ 'ਚ ਜਿਹੜੀਆਂ ਗੈਸਾਂ ਨੇ ਉਹ ਮੁੱਖ ਗੈਸਾਂ ਕਿਹੜੀਆਂ ਹੁੰਦੀਆਂ ਨੇ। ਜਿਵੇਂ ਆਹ ਇਹਦੀ ਗੈਸ ਆ, ਨਾਈਟ੍ਰੋਜਨ, ਆਕਸੀਜਨ ਆ, ਆਰਗਨ ਆ, ਕਾਰਬਨ ਡਾਈਆਕਸਾਈਡ ਆ, ਨਿਓਨ ਆ, ਹੀਲੀਅਮ ਆ, ਕ੍ਰਿਪਟੋ ਆ, ਠੀਕ ਆ, ਹਾਈਡਰੋਜਨ ਆ, ਐਗਜ਼ੈਨਨ ਆ। ਤਾਂ ਮਤਲਬ N2 O2 AR CO2 Ne He Kr Xe H2 ਇਹ ਮਤਲਬ ਇਹਦੇ ਸਾਰੇ ਕੀ ਨੇ, ਇਹ ਫਾਰਮੂਲੇ ਨੇ। ਤੇ ਬਾਕੀ ਆ ਇੱਧਰ ਪਰਸੈਂਟੇਜ ਆ, ਬਸ ਪਰਸੈਂਟੇਜ ਤੋਂ ਤੁਸੀਂ ਕੀ ਯਾਦ ਰੱਖਣਾ ਵੀ ਜਿਹੜੀ ਸਭ ਤੋਂ ਜ਼ਿਆਦਾ ਕੀ ਉਹ ਨਾਈਟ੍ਰੋਜਨ ਆ, ਇਹਨੂੰ N2 ਮਤਲਬ ਇਹ ਵੈਸੇ N2 ਐਵੇਂ ਹੁੰਦਾ, ਤਾਂ N2 ਆ ਤੇ ਇਹ ਮਤਲਬ 78% ਦੇ ਲਾਗ ਆ। ਤੇ ਜਿਹੜੀ ਆਪਣੀ ਆਕਸੀਜਨ ਆ ਤੇ ਇਹਨੂੰ O2 ਕਹਿੰਦੇ ਆ, ਐਸਲੋਟ ਆ O2 ਤੇ ਮਤਲਬ ਤਕਰੀਬਨ 21% ਆ। ਤੇ ਜਿਹੜੀ ਇਹਦੇ ਬਾਅਦ ਆਰਗਨ ਆ, ਆਰਗਨ ਸਭ ਤੋਂ ਜ਼ਿਆਦਾ ਜਿਹੜੀ ਤੀਸਰੀ ਵੱਡੀ ਮੁੱਖ ਗੈਸ ਆ ਉਹ ਆਰਗਨ ਆ। ਠੀਕ ਆ, ਤੇ ਆ ਇਹਨਾਂ ਦੀ ਮਤਲਬ ਕਿ ਟੋਟਲ ਇਹ 100% ਬਣ ਜਾਊਗਾ ਵੀ ਇਹਦੀ ਆਪਾਂ ਪੂਰੀ ਦੱਸਿਆ ਵਾ ਵੀ ਇਹਦੇ 'ਚ ਮਤਲਬ ਕਿ ਕਿਹੜੀ ਗੈਸ ਕਿੰਨੀ ਆ। ਤਾਂ ਕਲੀਅਰ ਹੋ ਗਿਆ ਹੋਊਗਾ ਵੀ ਨਾਈਟ੍ਰੋਜਨ ਸਭ ਤੋਂ ਜ਼ਿਆਦਾ ਕਿ 78%, ਆਕਸੀਜਨ ਮਤਲਬ ਆ ਜਿਹੜੀਆਂ ਦੋਨੇ ਮਿਲ ਕੇ ਮਤਲਬ ਕਿ ਕਿੰਨੀ ਗੈਸ ਪੂਰੀ ਕਰ ਦਿੰਦੀਆਂ ਨੇ। ਠੀਕ ਆ, ਮਤਲਬ
ਦੇ ਲਵੇ ਤਵੇ ਤਾਂ ਇਹੀ ਮਤਲਬ ਪੂਰਾ ਕਰ ਲੈਂਦੇ 98-99% ਦੋ ਗੈਸਾਂ ਹੀ ਨੇ। ਤੇ ਬਾਕੀ ਆ ਜਿਹੜੀਆਂ ਸਾਰੀਆਂ ਇਹ ਨੀਚੇ ਵਾਲੀਆਂ ਨੇ ਸਾਰੀਆਂ ਤਕਰੀਬਨ 1% ਜਾਂ ਮਤਲਬ ਕਿ 1.5% ਇਹਨਾਂ ਦਾ ਬਚ ਜਾਂਦਾ। ਬਾਕੀ ਸਾਰਾ ਆਪਣਾ ਨਾਈਟ੍ਰੋਜਨ ਤੇ ਆਕਸੀਜਨ ਤੇ ਆਰਗਨ ਗੈਸਾਂ ਨੇ ਜਿਹੜੀਆਂ ਉਹ ਪੂਰਾ ਕਰ ਦਿੰਦੀਆਂ ਨੇ। ਠੀਕ ਆ, ਤਾਂ ਹੁਣ ਦੇਖੋ ਇਹ ਤੋਂ ਪਹਿਲਾਂ ਆਪਾਂ ਕੁਛ ਪੁਆਇੰਟਾਂ ਦੀ ਇਹਦੀ ਗੱਲ ਕਰ ਲਿਆ ਸਟਰਕਚਰ ਆਫ ਐਟਮੋਸਫੇਅਰ। ਤਾਂ ਦੇਖੋ ਇਦੋਂ ਬਾਅਦ ਦੇ ਵਿੱਚ ਤਾਂ ਆਪਣੇ ਕੋਲੇ ਇਹਦੀਆਂ ਜਿਹੜੀਆਂ ਸਲਾਈਡ ਨੇ ਉਹ ਅੱਗੇ ਹੈਗੀਆਂ ਨੇ ਸਾਰੀਆਂ, ਪਰ ਤੁਸੀਂ ਦੇਖੋ ਜਿਵੇਂ ਕਿ ਆਹ ਆਪਣੀ ਇੱਕ ਅਰਥ ਆ, ਠੀਕ ਆ, ਆਹ ਆਪਣੀ ਇੱਕ ਅਰਥ ਆ, ਠੀਕ ਆ। ਤਾਂ ਇਹਦੇ ਆਲੇ ਦੁਆਲੇ ਆਹ ਆਪਣਾ ਕੀ ਆ ਐਟਮੋਸਫੇਅਰ ਆ। ਤਾਂ ਇਹ ਮਤਲਬ ਕਿ ਕਾਹਦੇ ਨਾਲ ਖੜਾ ਗਾ, ਇਹ ਆਪਣਾ ਖੜਾ ਗਾ ਮੈਗਨੇਟਿਕ ਫੀਲਡ ਦੇ ਕਾਰਨ ਖੜਾ। ਇਹ ਕਾਹਦੇ ਨਾਲ ਖੜਾ, ਮੈਗਨੇਟਿਕ ਫੀਲਡ। ਜਿਨ੍ਹਾਂ ਨੇ ਕੱਲ੍ਹ ਵਾਲੀ ਵੀਡੀਓ ਨਹੀਂ ਦੇਖੀ ਉਹ ਪਹਿਲਾਂ ਉਹਨੂੰ ਦੇਖ ਲਿਓ। ਤਾਂ ਮੈਗਨੇਟਿਕ ਫੀਲਡ ਦੇ ਕਾਰਨ ਖੜਾ। ਤਾਂ ਹੁਣ ਇਹਦੇ 'ਚੋਂ ਆਪਾਂ ਇੱਕ ਟੁਕੜਾ ਕੱਟ ਲਿਆ, ਅਤੇ ਇਹਦੇ 'ਚੋਂ ਆਪਾਂ ਕੀ ਕਰ ਲਿਆ, ਇੱਕ ਜਿਹੜਾ ਟੁਕੜਾ ਗਾ ਉਹ ਆਪਾਂ ਕੱਟ ਲਿਆ। ਠੀਕ ਆ, ਇਹਨੂੰ ਆਪਾਂ ਦੇਖ ਲਿਆ। ਤਾਂ ਹੁਣੇ ਆਪਾਂ ਐਟਮੋਸਫੇਅਰ ਦੀ ਸਟਰਕਚਰ ਦੀ ਗੱਲ ਕਰਦੇ ਹਾਂ। ਤਾਂ ਆਪਾਂ ਪਹਿਲੀ ਲਾਈਨ ਤਾਂ ਲਾਉਣੀ ਹੁੰਦੀ ਹੈ ਇਹਦੇ 'ਚ ਹਮੇਸ਼ਾ ਟੇਢੀ, ਫਿਰ ਇੱਕ, ਫਿਰ ਦੂਜੀ, ਫਿਰ ਆਪਾਂ ਲਾਉਣੀ ਹੈ ਤੀਜੀ ਲਾਈਨ। ਕਲੀਅਰ ਆ। ਅਤੇ ਇਹਨੂੰ ਤੁਸੀਂ ਮਤਲਬ ਕਿ ਡਰੋ ਕਰਨਾ ਸਿੱਖ ਲਿਓ, ਫਿਰ ਮਤਲਬ ਕਿ ਈਜ਼ੀਲੀ ਯਾਦ ਰਹਿ ਜਾਂਦਾ। ਇੱਧਰਲੇ ਪਾਸੇ ਤਾਂ ਆਪਣੇ ਨੇ ਪੋਲਸ ਮਤਲਬ ਕਿ ਧਰੁਵ ਨੇ, ਅਤੇ ਇੱਧਰਲੇ ਪਾਸੇ ਆਪਣੀ ਇਕੁਏਟਰ ਆ ਜਾਣੀ ਕਿ ਭੂ ਮੱਧ ਰੇਖਾ ਗਈ। ਤਾਂ ਹੁਣ ਜਿਹੜੀ ਆਪਣੀ ਆਹ ਵਾਲੀ ਹੈ ਨਾ ਇੱਧਰਲੇ ਪਾਸੇ, ਤਾਂ ਇਹ ਆਹ ਪੁਆਇੰਟ ਦਾ ਹੈਗਾ 18 ਕਿਲੋਮੀਟਰ 'ਤੇ, ਆਹ ਹੈਗਾ ਆਪਣਾ 8 ਕਿਲੋਮੀਟਰ 'ਤੇ। ਇਹ ਮਤਲਬ ਕਿਲੋਮੀਟਰਾਂ ਦੇ ਵਿੱਚ ਆ ਜਿਹੜੀ ਆਪਾਂ ਲੈਂਥ ਲਿਖਣੀ ਹੈ ਨਾ ਇੱਥੇ। ਤਾਂ ਇਸ ਤੋਂ ਬਾਅਦ 'ਚ ਹੈਗੀ ਆ 50 ਕਿਲੋਮੀਟਰ। ਹੁਣ ਇੱਕ ਪਾਸੇ ਲਿਖਾਂਗੇ ਕਿਉਂਕਿ ਦੇਖੋ ਆਹ ਸੇਮ ਨੇ। ਅਤੇ ਆਹ ਵਾਲੀ ਹੈਗੀ ਆ 80, ਅਤੇ ਇਸ ਤੋਂ ਬਾਅਦ ਹੈਗੀ ਆ 640, ਫਿਰ ਮਤਲਬ ਇਸ ਤੋਂ ਬਾਅਦ 'ਚ 3200 ਤੋਂ ਲੈ ਕੇ ਫਿਰ ਤਾਂ ਗਾਹਾਂ ਚੱਲੀ ਹੋ ਜਾਂਦੀ ਹੈ, ਕਿੰਨੀ ਮਰਜ਼ੀ ਜਾਈ ਜਾਵੇ, ਹੈ ਨਾ। ਇੱਥੋਂ ਪਤਾ ਲੱਗ ਗਿਆ। ਤਾਂ ਹੁਣ ਦੇਖੋ ਜਿਹੜੀ ਸਾਰਿਆਂ ਨੂੰ ਪਹਿਲੀ ਆ, ਅਤੇ ਪਹਿਲੀ ਦੇ ਵਿੱਚ ਮੈਂ ਨੀਚੇ ਤੋਂ ਉੱਪਰ ਨੂੰ ਹੀ ਲਿਖੂੰਗਾ। ਪਹਿਲੀ ਹੈਗੀ ਆਪਣੀ ਟ੍ਰੋਪੋਸਪੀਅਰ। ਟ੍ਰੋਪੋਸਪੀਅਰ ਤੋਂ ਬਾਅਦ ਆਉਂਦੀ ਆ ਸਟ੍ਰੈਟੋਸਪੀਅਰ। UPSC ਦੇ ਵਿੱਚ ਤਾਂ ਇਹ ਲੇਅਰਸ ਨੂੰ ਲੈ ਕੇ ਕੁਐਸਚਨ ਆਇਆ ਵਾ ਵੀ ਮਤਲਬ ਇਹਨੂੰ ਤੁਸੀਂ ਐਵੇਂ ਘੱਟਦੇ ਵੱਧਦੇ ਤਰੀਕੇ ਦੇ ਨਾਲ ਲਿਖੋ, ਅਤੇ ਉਗੜੀਆਂ ਦੁਗੜੀਆਂ ਦੇ ਕੇ ਜਾਂ ਫਿਰ ਮੈਚ ਦਾ ਕਾਲਮ ਕੁਐਸਚਨ ਇਹਦੇ 'ਚ ਤਾਂ ਕਾਫੀ ਕਿਸੇ ਨੇ ਜੇ ਸੋਲਵ ਕੀਤੇ ਨੇ ਤਾਂ UPSC ਦੇ ਪੁਰਾਣੇ ਪੇਪਰ ਤੋਂ ਤੁਸੀਂ ਉਹਦੇ 'ਚ ਕੁਐਸਚਨ ਇਹ ਮਿਲ ਜਾਣਗੇ ਤੁਹਾਨੂੰ। ਤਾਂ ਇਸ ਤੋਂ ਬਾਅਦ ਦੇ ਵਿੱਚ ਆਉਂਦਾ ਮੀਜ਼ੋਸਪੀਅਰ, ਫਿਰ ਆਉਂਦਾ ਆਈਨੋਸਪੀਅਰ, ਫਿਰ ਇਹ ਤੋਂ ਬਾਅਦ ਆਉਂਦੀ ਆਪਣੇ ਕੋਲੇ ਐਗਜ਼ੋਸਪੀਅਰ। ਠੀਕ ਆ, ਹੁਣ ਦੇਖੋ ਜਿਹੜੀ ਤਾਂ ਐਕਸ ਵਾਲੀ ਆ EX ਜਾਣੀ ਕਿ ਐਗਜ਼ਿਟ ਕਹਿ ਲਓ ਤੁਸੀਂ, ਐਗਜ਼ਿਟ ਹੋ ਗਈ ਤਾਂ ਬਾਹਰ ਹੋ ਗਈ, ਇਹ ਸਭ ਤੋਂ ਐਂਡ 'ਤੇ ਆ ਗਈ। ਯਾਦ ਰੱਖਣ ਦੇ ਲਈ ਆਪਾਂ EX ਤੋਂ ਐਗਜ਼ਿਟ ਕਰ ਸਕਦੇ ਹਾਂ ਵੀ ਐਗਜ਼ਿਟ ਵਾਲੀ ਬਾਹਰ ਵਾਲੀ ਆ। ਅਤੇ ਟ੍ਰੋਪੋ ਯਾਦ ਰੱਖਿਓ ਵੀ ਟ੍ਰੋਪੋ ਸਭ ਤੋਂ ਪਹਿਲੀ ਆ। ਅਤੇ ਜਿਹੜੀ ਮਿਡਲ ਆ, ਮਿਡਲ ਹੁੰਦੀ ਆ ਮਿਡਲ ਦੇ ਵਿੱਚ M ਮਿਡ, ਤਾਂ M ਵਾਲੀ ਆ ਜਿਹੜੀ ਉਹ ਜਮਾ ਮਿਡ ਦੇ ਵਿੱਚ ਆ। ਟ੍ਰੋਪੋਸਪੀਅਰ, ਸਟ੍ਰੈਟੋਸਪੀਅਰ, ਮੀਜ਼ੋਸਪੀਅਰ, ਆਈਨੋਸਪੀਅਰ, ਐਗਜ਼ੋਸਪੀਅਰ। ਕਲੀਅਰ ਆ ਬਈ। ਅਤੇ ਮਤਲਬ ਆ ਆਪਣੇ ਪੋਲ ਤੋਂ ਆ, ਅਤੇ ਜਿਹੜੀ ਹੈ ਨਾ ਮਤਲਬ ਕਿ ਪੋਲਸ ਤੋਂ ਆ ਉਹ 8 ਕਿਲੋਮੀਟਰ ਆ, ਜਿਹੜੀ ਇਕੁਏਟਰ ਤੋਂ ਆ ਉਹ ਆਪਣੀ 18 ਕਿਲੋਮੀਟਰ ਆ। ਅਤੇ ਇੱਥੋਂ ਤੱਕ ਤੁਹਾਨੂੰ ਕੋਈ ਕਲੀਅਰ ਆ ਜਾਂ ਕੋਈ ਕਿਸੇ ਨੂੰ ਡਾਊਟ ਆ ਅਤੇ ਤੁਸੀਂ ਦੱਸ ਸਕਦੇ ਹੋ। ਅਤੇ ਹੁਣ ਇਹਦਾ ਵੀ ਆਪਣੇ ਕੋਲੇ ਕਾਰਨ ਆ। ਤਾਂ ਦੇਖੋ ਹੁਣ ਆਪਾਂ ਗੱਲ ਕਰ ਰਹੇ ਸੀ, ਤਾਂ ਹੁਣ ਜਿਹੜੀ ਆਪਾਂ ਇਹਦੀ ਟ੍ਰੋਪੋਸਪੀਅਰ ਦੀ ਗੱਲ ਕਰਦੇ ਸੀ ਨਾ ਵੀ ਟ੍ਰੋਪੋਸਪੀਅਰ ਆ ਜਿਹੜੀ ਮਤਲਬ ਕਿ ਉਹ ਇੱਧਰ ਨੂੰ ਘੱਟ ਆ ਉੱਧਰ ਨੂੰ ਵੱਧ ਆ, ਮਤਲਬ ਪੋਲਸ ਦੇ ਉੱਤੇ ਘੱਟ ਹੁੰਦੀ ਆ। ਤਾਂ ਇਹਦੇ ਬਾਰੇ ਆਪਾਂ ਤਾਂ ਅੱਗੇ ਤੁਹਾਨੂੰ ਪੁਆਇੰਟ ਹੈਗੇ ਨੇ। ਤਾਂ ਵੈਸੇ ਦੇਖ ਲਓ ਇਹ ਸਭ ਤੋਂ ਲੋਅਰ ਲੇਅਰ ਆ ਆਪਣੀ ਜਿਹੜੀ ਐਟਮੋਸਫੇਅਰ ਦੀ ਸਭ ਤੋਂ ਹੇਠਲੀ ਲੇਅਰ ਆ, ਉਹਨੂੰ ਅਸੀਂ ਟ੍ਰੋਪੋਸਪੀਅਰ ਕਹਿੰਦੇ ਆ। ਅਤੇ ਇਹਦੀ ਹਾਈਟ ਆ ਨਾ ਜਿਹੜੀ ਉਹ ਹਾਈਟ ਹੈ, ਇਹਦੀ ਹਾਈਟ ਵੇਰੀ ਕਰਦੀ ਆ। ਇਹਦੀ ਜਿਹੜੀ ਹਾਈਟ ਆ ਉਹ ਕੀ ਕਰਦੀ ਆ, ਵੇਰੀ ਕਰਦੀ ਆ, ਮਤਲਬ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਆ। ਜਿਵੇਂ ਕਿ ਇੱਕ ਪਾਸੇ ਦੇਖੋ ਆਪਣੀ ਕੀ ਆ ਇਕੁਏਟਰ ਆ, ਇਕੁਏਟਰ 'ਤੇ ਤਾਂ ਆਪਾਂ ਦੇਖਿਆ ਵੀ 18 ਕਿਲੋਮੀਟਰ ਆ। ਦੂਜੇ ਪਾਸੇ ਕੀ ਹੁੰਦੇ ਆਪਣੇ ਪੋਲਸ ਹੁੰਦੇ ਆ, ਅਤੇ ਪੋਲਸ 'ਤੇ ਇਹ ਸਿਰਫ 8 ਕਿਲੋਮੀਟਰ ਆ, ਅਤੇ ਇੱਧਰ ਆਪਣੀ ਇਹ 18 ਕਿਲੋਮੀਟਰ ਆ। ਅਤੇ ਹੁਣ ਇਹਦਾ ਕਾਰਨ ਕੀ ਆ, ਕਿਉਂਕਿ ਇਕੁਏਟਰ ਦੇ ਉੱਤੇ ਜਿਹੜਾ ਟੈਂਪਰੇਚਰ ਆ ਉਹ ਕੀ ਹੁੰਦਾ, ਜ਼ਿਆਦਾ ਹੁੰਦਾ, ਅਤੇ ਇੱਥੇ ਆਪਣਾ ਜਿਹੜਾ ਟੈਂਪਰੇਚਰ ਆ ਉਹ ਕੀ ਹੁੰਦਾ, ਆਪਣਾ ਘੱਟ ਹੁੰਦਾ। ਠੀਕ ਆ, ਤਾਂ ਕਰਕੇ ਟੈਂਪਰੇਚਰ ਘੱਟ ਦੇ ਕਾਰਨ ਇੱਥੇ ਹਵਾ ਸ਼ਰਿੰਕ ਕਰ ਜਾਂਦੀ ਆ। ਕੀ ਕਰਦੀ ਆ, ਸ਼ਰਿੰਕ ਕਰਦੀ ਆ। ਇੱਥੇ ਹਵਾ ਐਕਸਪੈਂਡ ਕਰਦੀ ਆ। ਜਿਵੇਂ ਹੁਣ ਦੇਖੋ ਇੱਥੇ ਕੋਈ ਹਵਾ ਆ ਗਈ, ਠੀਕ ਆ, ਇਹਨੂੰ ਆਪਾਂ ਗਰਮ ਕਰੀ ਚੱਲੀਏ ਤਾਂ ਇਹ ਆਸੇ ਪਾਸੇ ਨੂੰ ਐਵੇਂ ਗਰਮ ਹੋ ਕੇ ਹਲਕੀ ਹੋ ਸਾਰੀਆਂ ਡਾਇਰੈਕਸ਼ਨਾਂ ਦੇ ਵਿੱਚ ਫੈਲਣ ਲੱਗ ਜਾਂਦੀ ਆ। ਠੀਕ ਆ, ਇਹਨੂੰ ਕਹਿੰਦੇ ਆ ਐਕਸਪੈਂਡ ਹੋਣਾ। ਤਾਂ ਇਹ ਹਵਾ ਕੀ ਕਰ ਰਹੀ ਹੈ, ਇੱਥੇ ਐਕਸਪੈਂਡ ਕਰ ਰਹੀ ਆ। ਪਤਾ ਲੱਗ ਗਿਆ। ਤਾਂ ਕਰਕੇ ਜਿਹੜੀ ਇਕੁਏਟਰ ਦੇ ਉੱਤੇ ਆ ਮਤਲਬ ਇਹ ਆਪਾਂ ਦੀ ਜਿਹੜੀ ਦੂਰੀ ਆ ਉਹ ਆਪਾਂ ਨੂੰ ਜ਼ਿਆਦਾ ਹੁੰਦੀ ਆ 18 ਕਿਲੋਮੀਟਰ, ਅਤੇ ਪੋਲਸ ਦੇ ਉੱਤੇ ਸ਼ਰਿੰਕ ਹੁੰਦੀ ਆ ਅਤੇ ਟੈਂਪਰੇਚਰ ਘੱਟ ਆ। ਠੀਕ ਆ, ਤਾਂ ਇਸ ਤੋਂ ਬਾਅਦ ਦੇ ਵਿੱਚ ਦੇਖੋ ਇੱਕ ਹੁੰਦਾ ਆਪਣੇ ਕੋਲੇ ਲੈਪਸ ਰੇਟ, ਇਹਦੇ 'ਚ ਅੱਗੇ ਆਊਗਾ ਤੁਹਾਨੂੰ। ਇੱਕ ਹੁੰਦਾ ਆਪਣੇ ਕੋਲੇ ਲੈਪਸ ਰੇਟ, ਇਹਦੇ ਬਾਰੇ ਵੀ ਕੁਐਸਚਨ ਆਇਆ ਵਾ ਵੀ ਲੈਪਸ ਰੇਟ ਇਹ ਮਤਲਬ ਕਿ ਪੋਜ਼ੀਟਿਵ ਜਾਂ ਨੈਗੇਟਿਵ ਜਾਂ ਕਿਹੜਾ ਲੈਪਸ ਰੇਟ ਆ, ਇਹਦੇ ਬਾਰੇ ਕੁਐਸਚਨ ਬਹੁਤ ਆਉਂਦੇ ਆ। ਤਾਂ ਦੇਖੋ ਵੀ ਜੇ ਤਾਂ ਆਪਾਂ ਆਹ ਤਾਂ ਹੈਗੀ ਆਪਣੀ ਹਾਈਟ, ਠੀਕ ਆ, ਆਹ H ਵਾਲੀ ਕੀ ਆਪਣੀ ਹਾਈਟ, ਆਹ T ਹੈਗੀ ਆਪਣੀ ਟੈਂਪਰੇਚਰ। ਜੇ ਤਾਂ ਦੇਖੋ ਉੱਪਰ ਨੂੰ ਜਾ ਰਹੇ ਆ ਇਹਦੀ ਹਾਈਟ ਵੱਧ ਰਹੀ ਆ, ਅਤੇ ਨਾਲ ਹੀ ਇਹਦਾ ਜਿਹੜਾ ਟੈਂਪਰੇਚਰ ਆ ਉਹ ਵੀ ਵੱਧ ਰਿਹਾ। ਠੀਕ ਆ, ਹਾਈਟ ਵੀ ਵਧੀ, ਟੈਂਪਰੇਚਰ ਵੀ ਵਧਿਆ।
ਤਾਂ ਇਹਨੂੰ ਤਾਂ ਅਸੀਂ ਕਹਿੰਦੇ ਆ ਨੈਗੇਟਿਵ। ਕਿਹੜਾ ਲੈਪਸ ਰੇਟ ਆ? ਨੈਗੇਟਿਵ ਆਊਗਾ ਆਪਣਾ। ਜੇ ਆਪਣੀ ਹਾਈਟ ਵਧੀ ਪਰ ਜਿਹੜਾ ਟੈਂਪਰੇਚਰ ਆ ਨਾ ਉਹ ਆਪਣਾ ਡਿਕਰੀਜ਼ ਕਰ ਗਿਆ ਤਾਂ ਇਹ ਹੁੰਦਾ ਆਪਣਾ ਪੋਜ਼ਿਟਿਵ ਲੈਪਸ ਰੇਟ। ਮਤਲਬ ਜੇ ਹਾਈਟ ਵਧਣ ਦੇ ਨਾਲ ਆਪਣੀ ਜਿਹੜੀ ਮਤਲਬ ਕਿ ਠੰਡ ਆ ਉੱਤੇ ਮਤਲਬ ਉੱਪਰ ਨੂੰ ਜਾ ਰਹੇ ਆ ਤੇ ਉੱਥੇ ਠੰਡ ਹੋਣੀ ਚਾਹੀਦੀ ਹੈ, ਜਾਣੀ ਕਿ ਟੈਂਪਰੇਚਰ ਡਾਊਨ ਹੋਣਾ ਚਾਹੀਦਾ ਤਾਂ ਇਹ ਪੋਜ਼ਿਟਿਵ ਹੁੰਦਾ। ਜੇ ਆਪਣੀ ਹਾਈਟ ਵੀ ਵੱਧ ਰਹੀ ਹੈ ਨਾਲ ਹੀ ਟੈਂਪਰੇਚਰ ਵੀ ਵੱਧ ਰਿਹਾ ਦੈਨ ਇਹ ਕਿਹੜਾ ਹੁੰਦਾ ਗਾ? ਨੈਗੇਟਿਵ ਲੈਪਸ ਰੇਟ ਹੁੰਦਾ। ਤੇ ਤੁਹਾਨੂੰ ਇਹ ਕਲੀਅਰ ਆ? ਤਾਂ ਇਹ ਆਪਣਾ ਜਿਹੜਾ ਟ੍ਰੋਪੋਸਫੀਅਰ ਦੇ ਬਾਰੇ ਪੁਆਇੰਟ ਆ ਵੀ ਜਿਹੜੀ ਟ੍ਰੋਪੋਸਫੀਅਰ ਆ ਨਾ ਮਤਲਬ ਇਹ ਲੋਅਰ ਆ। ਦੂਸਰਾ ਇੱਥੇ ਲੈਪਸ ਰੇਟ ਆ ਜਿਹੜਾ ਮਤਲਬ ਇਹਦੇ ਅਕੋਰਡਿੰਗਲੀ ਚੱਲਦਾ ਕੰਮ। ਤੇ ਜਿਵੇਂ ਕਿ ਟੈਂਪਰੇਚਰ ਇਕੁਏਟਰ ਦੇ ਉੱਤੇ ਟੈਂਪਰੇਚਰ ਜ਼ਿਆਦਾ ਹੁੰਦਾ, ਹਵਾ ਐਕਸਪੈਂਡ ਕਰ ਜਾਂਦੀ ਹੈ ਦੈਨ ਇਹਦੀ ਜਿਹੜੀ ਮਤਲਬ ਕਿ ਇਹ ਜ਼ਿਆਦਾ ਦੂਰ ਤੱਕ ਇੱਧਰ ਫੈਲਿਆ ਹੁੰਦਾ। ਤਾਂ ਹੁਣ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਟ੍ਰੋਪੋ ਦੇ ਬਾਰੇ। ਪਹਿਲਾਂ ਹੁਣ ਇਹ ਤੋਂ ਪਹਿਲਾਂ ਗੈਸ ਦੇ ਬਾਰੇ ਦੇਖ ਲਈ। ਆਪਾਂ ਕਿਹਾ ਸੀ ਨਾ ਵੀ ਗੈਸਿਸ ਹੁੰਦੀਆਂ ਨੇ ਤਾਂ ਨਾਈਟ੍ਰੋਜਨ ਤੇ ਆਕਸੀਜਨ ਆ ਜਿਹੜੀ ਤਾਂ 99% ਤਾਂ ਇਹੀ ਬਣਾ ਦਿੰਦੀਆਂ ਨੇ ਇਹਦਾ, ਠੀਕ ਆ। ਤਾਂ ਬਾਕੀ ਜਿਹੜੀ 1% ਰਹੇਗੀ ਉਹ ਬਾਕੀ ਸਾਰੀਆਂ ਗੈਸਾਂ ਨੇ ਜਿਹੜੀਆਂ ਉਹ ਮਿਲ ਕੇ ਬਣਾ ਦਿੰਦੀਆਂ। ਤੇ ਆਕਸੀਜਨ ਦੀ ਗੱਲ ਕਰੀਏ ਤਾਂ 21% ਤਕਰੀਬਨ ਇਕੱਲੀ ਕੀ ਆ ਆਪਣੀ ਆਕਸੀਜਨ ਆ, ਬਾਕੀ ਸਾਰੇ ਐਟਮੋਸਫੇਅਰ ਦਾ। ਤਾਂ ਜਿਹੜੇ ਆਪਣੇ ਮਤਲਬ ਅੱਗ ਲਾਉਂਦੇ ਆ ਨਾ ਆਪਾਂ, ਇਹ ਆਕਸੀਜਨ ਦੇ ਬਿਨਾਂ ਪੋਸੀਬਲ ਹੀ ਹੈ ਨਹੀਂ, ਠੀਕ ਹੈ। ਆਕਸੀਜਨ ਅੱਗ ਲੱਗਣ ਦੇ ਲਈ ਜ਼ਰੂਰੀ ਆ। ਜਿਵੇਂ ਕਿ ਕੋਈ ਕੈਂਡਲ ਆ, ਉਹਨੂੰ ਤੁਸੀਂ ਕੈਂਡਲ ਨੂੰ ਅੱਗ ਲਾ ਦਿਓ, ਠੀਕ ਆ, ਤੇ ਉਹ ਬਲੀ ਚੱਲੂਗੀ। ਤਾਂ ਇਸ ਤੋਂ ਬਾਅਦ ਦੇ ਵਿੱਚ ਉਹਦੇ ਉੱਤੇ ਕੱਚ ਦਾ ਗਲਾਸ ਧਰ ਦਿਓ, ਉਹਨੂੰ ਮੁੱਦਾ ਮਾਰ ਦਿਓ ਉੱਪਰ ਦੀ, ਠੀਕ ਆ। ਤੇ ਕਿਉਂਕਿ ਉਹ ਕੱਚ ਦਾ ਆਪਾਂ ਤਾਂ ਕਹਿੰਦੇ ਆ ਵੀ ਮਤਲਬ ਕਿ ਉਹ ਟਰਾਂਸਪੇਰੈਂਟ ਹੋਊਗਾ, ਤੁਹਾਨੂੰ ਦਿਖੂਗਾ ਵਿੱਚ ਵੀ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ। ਤਾਂ ਤੁਸੀਂ ਦੇਖੋਗੇ ਵੀ ਜਿੰਨੀ ਉਹਦੇ 'ਚ ਹਵਾ ਹੈਗੀ ਸੀ ਉਨਾ ਕੁ ਟਾਈਮ ਉਹ ਜਲੂਗੀ। ਇਸ ਤੋਂ ਬਾਅਦ ਦੇ ਵਿੱਚ ਉਹਨੂੰ ਆਕਸੀਜਨ ਮਿਲਣੀ ਬੰਦ ਹੋ ਗਈ, ਆਕਸੀਜਨ ਜਲ ਗਈ ਅਤੇ ਉਹਦੇ ਨਾਲ ਦੀ ਨਾਲ ਬੁੱਝ ਜਾਣਾ। ਤਾਂ ਤੁਹਾਨੂੰ ਪਤਾ ਲੱਗਦਾ ਵੀ ਆਕਸੀਜਨ ਆ ਜਿਹੜੀ ਇਹ ਬਲਣ ਦੇ ਲਈ ਜ਼ਰੂਰੀ ਹੁੰਦੀ ਆ। ਤੇ ਜਿਹੜੀ ਨਾਈਟ੍ਰੋਜਨ ਆ ਇਹ 78% ਆ। ਅਤੇ ਬਾਕੀ ਇਹ ਔਰਗੈਨਿਕ ਕੰਪਾਊਂਡ ਦੇ ਲਈ ਜ਼ਰੂਰੀ ਹੁੰਦੀ ਆ, ਮਤਲਬ ਕਿ ਫਸਲਾਂ ਦੇ ਲਈ ਆਪਾਂ ਮਿੱਟੀ ਦੇ ਵਿੱਚ ਕਹਿੰਦੇ ਨਾਈਟ੍ਰੋਜਨ ਜਿਹੜੀ ਹੋਣੀ ਜ਼ਰੂਰੀ ਆ। ਅਤੇ ਇਹ ਤੋਂ ਜਿਹੜੀ ਕਾਰਬਨ ਡਾਈਆਕਸਾਈਡ ਆ ਅਤੇ ਮਤਲਬ ਇਹ 0.038% ਆ। ਅਤੇ ਫੋਟੋਸਿੰਥੈਸਿਸ, ਇਹ ਤੁਸੀਂ ਦੱਸਣਾ ਵੀ ਫੋਟੋਸਿੰਥੈਸਿਸ ਕੀ ਹੁੰਦਾ। ਅਤੇ ਕਾਰਬਨ ਡਾਈਆਕਸਾਈਡ ਐਂਡ ਵਾਟਰ ਵੈਪਰ ਆਰ ਫਾਊਂਡ ਓਨਲੀ ਅਪ ਟੂ 90 ਕਿਲੋਮੀਟਰ। ਜਿਹੜੀ ਕਾਰਬਨ ਡਾਈਆਕਸਾਈਡ ਅਤੇ ਵਾਟਰ ਵੈਪਰ ਨੇ ਉਹ ਸਿਰਫ 90 ਕਿਲੋਮੀਟਰ ਤੱਕ ਪਾਏ ਜਾਂਦੇ ਆ ਫਰੋਮ ਦਾ ਸਰਫੇਸ। ਇਦੋਂ ਗਾਹਾਂ ਹੈ ਨਹੀਂ, ਨਾ ਕਾਰਬਨ ਡਾਈਆਕਸਾਈਡ ਆ ਨਾ ਹੀ ਉੱਥੇ ਵਾਟਰ ਵੈਪਰ ਨੇ। ਦਿਸ ਰਾਈਜ਼ਿੰਗ ਵੋਲੀਅਮ ਆਫ ਦਾ ਕਾਰਬਨ ਡਾਈਆਕਸਾਈਡ ਇਜ਼ ਦਾ ਮੇਨ ਫॉर ਗਲੋਬਲ ਵਾਰਮਿੰਗ। ਮਤਲਬ ਜਿੰਨੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧਦੀ ਆ ਉਹਦੇ ਨਾਲ ਗਲੋਬਲ ਵਾਰਮਿੰਗ ਵੱਧਦਾ। ਤਾਂ ਇਹਦਾ ਮਤਲਬ ਪਤਾ ਲੱਗ ਗਿਆ ਗਲੋਬਲ ਵਾਰਮਿੰਗ ਦੇ ਲਈ ਕਾਰਬਨ ਡਾਈਆਕਸਾਈਡ ਇੱਕ ਮੁੱਖ ਗੈਸ ਆ। ਓਕੇ। ਅਤੇ ਬਾਕੀ ਆਰਗਨ ਆ ਜਿਹੜੀ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਹੜੀ ਤੀਜੀ ਮੁੱਖ ਵੱਡੀ ਗੈਸ ਆ ਉਹ ਆਰਗਨ ਆ। ਅੱਗੇ ਦੇਖੋ ਆਪਾਂ ਦੂਸਰਾ ਦੇਖਿਆ ਸੀ ਵੀ ਵਾਟਰ ਵੈਪਰ। ਤਾਂ ਵਾਟਰ ਵੈਪਰ ਵੀ ਜ਼ਰੂਰੀ ਨੇ। ਵੈਪਰ ਕੰਟੈਂਟ ਇਨ ਦ ਐਟਮੋਸਫੇਅਰ ਰੇਂਜ ਫਰੋਮ 0 ਤੋਂ 5% ਬਾਈ ਵੋਲੀਅਮ। ਮਤਲਬ ਜਿਹੜਾ ਇਹ 0% ਆ ਨਾ ਵਾਟਰ ਵੈਪਰ, ਇਹ ਮਤਲਬ ਕਿ ਪੋਲਸ ਵਾਲੀ ਸਾਈਡ 'ਤੇ ਜਾਂ ਹਾਈ ਲੈਟੀਟਿਊਡ ਏਰੀਆ ਨਹੀਂ ਹੁੰਦੇ ਉੱਥੇ ਤਾਂ ਇਹ ਬਹੁਤ ਘੱਟ ਹੁੰਦੇ ਆ। ਸੀ ਲੈਵਲ ਦੇ ਉੱਤੇ ਇਹ ਜ਼ਿਆਦਾ ਹੁੰਦੇ ਆ ਕਿਉਂਕਿ ਗਰਮੀ ਦੇ ਕਾਰਨ ਉੱਥੋਂ ਵਾਟਰ ਵੈਪਰ ਜ਼ਿਆਦਾ ਉੱਠਦੇ ਆ, ਠੀਕ ਆ। ਉਹਨਾਂ ਦਾ ਭਾਫ ਬਣ ਕੇ ਬਾਸਪੀਕਰਨ ਜ਼ਿਆਦਾ ਹੋ ਜਾਂਦਾ। ਅਤੇ ਪੋਲ ਦੇ ਉੱਤੇ ਜਿਹੜਾ ਹੁੰਦਾ ਵੀ ਆ ਤਾਂ ਉੱਥੇ ਮਤਲਬ ਠੰਡ ਹੋ ਜਾਂਦੀ ਆ ਤਾਂ ਉਹ ਵੀ ਮਤਲਬ ਕਿ ਬਰਫ਼ ਦੇ ਰੂਪ 'ਚ ਬਣ ਜਾਂਦੇ ਆ। ਵਾਟਰ ਵੈਪਰ ਨਹੀਂ ਬਣਦੇ, ਸਨੋ ਮਤਲਬ ਕਿ ਬਰਫ਼ ਪੈ ਕੇ ਗਿਰ ਜਾਂਦੀ ਆ ਉਹ, ਪਤਾ ਲੱਗ ਗਿਆ, ਜਾਂ ਜੰਮ ਜਾਂਦਾ ਪਾਣੀ, ਫਰੀਜ਼ ਹੋ ਜਾਂਦਾ ਉੱਥੇ। ਤਾਂ ਰਿਸੀਵਡ ਕਿੱਥੋਂ ਕਰਦੇ ਨੇ ਇਹ? ਮੋਇਸਚਰ ਐਂਡ ਵਾਟਰ ਫਰੋਮ ਦਾ ਵਾਟਰ ਬੋਡੀਜ਼, ਜਿਵੇਂ ਕਿ ਸੀ ਹੋ ਗਏ, ਓਸ਼ੀਅਨ ਹੋ ਗਏ, ਲੇਕਸ, ਟੈਂਕਸ, ਪੌਂਡਸ ਹੋ ਗਏ, ਰਿਵਰ ਹੋ ਗਈਆਂ, ਵੈਜੀਟੇਸ਼ਨ, ਸੋਇਲ ਕਵਰ। ਤਾਂ ਇਹਨਾਂ ਚੀਜ਼ਾਂ ਦੇ ਕੋਲੋਂ ਜਿਹੜਾ ਵਾਟਰ ਵੈਪਰ ਇਹਨਾਂ ਨੂੰ ਮਿਲੀ ਜਾਂਦਾ, ਠੀਕ ਆ। ਬਾਕੀ 90% ਤੱਕ ਟੋਟਲ ਐਟਮੋਸਫੇਅਰ ਵੈਪਰ ਫਾਊਂਡ ਐਟ ਦਾ ਹਾਈਟ 5 ਕਿਲੋਮੀਟਰ। ਤਾਂ ਇਸ ਤੋਂ ਬਾਅਦ ਮਤਲਬ ਕਿ ਇਹ ਮਿਲਦੇ ਨਹੀਂ, ਠੀਕ ਆ। ਤਾਂ ਇਸ ਤੋਂ ਬਾਅਦ ਜਿਹੜੇ ਆਪਾਂ ਗੱਲ ਕਰੇ ਸੀ ਪਾਰਟੀਕੂਲੇਟ ਮੈਟਰ ਹੁੰਦੇ ਨੇ, ਦਾ ਸੋਲਿਡ ਪਾਰਟੀਕਲ ਪ੍ਰੈਜ਼ੈਂਟ ਇਨ ਦਾ ਐਟਮੋਸਫੇਅਰ, ਮਤਲਬ ਕਿ ਜਿਵੇਂ ਸੈਂਡ ਪਾਰਟੀਕਲ ਹੋ ਗਏ। ਬਸ ਇਹਦੇ ਬਾਰੇ ਤੁਸੀਂ ਯਾਦ ਰੱਖੋ ਵੀ ਜਿਵੇਂ ਆਪਣੇ ਆ ਜਿਹੜੇ ਸੋਲਿਡ ਟੁਕੜੇ ਨਹੀਂ ਹੁੰਦੇ ਤਾਂ ਮਤਲਬ ਇਹ ਨੇ ਸਾਰੇ ਵਲਕੈਨਿਕ ਗੈਸ ਤੋਂ ਆ ਜਾਂਦੇ ਨੇ, ਜਾਂ ਹੋਰ ਮਤਲਬ ਕਿ ਸੂਟ, ਓਸ਼ੀਅਨ ਸਾਲਟ ਤੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਤਾਂ ਇਹ ਸਾਡੀ ਮਦਦ ਕਰਦੇ ਆ ਕਾਹਦੇ ਵਿੱਚ? ਐਬਜ਼ੋਰਬ ਕਰਨਾ ਹੁੰਦਾ, ਸੋਖਣ ਦੇ ਵਿੱਚ, ਰਿਫਲੈਕਟ ਕਰਨਾ ਮਤਲਬ ਪਰਾਵਰਤਿਤ ਕਰਨ ਦੇ ਵਿੱਚ, ਸਕੈਟਰਿੰਗ ਆਸੇ ਪਾਸੇ ਖਿਲਾਰ ਦੇਣਾ ਆਫ ਦਾ ਸੋਲਰ ਰੇਡੀਏਸ਼ਨ ਵਿਚ ਐਡਸ ਦਾ ਵੇਰੀਡ ਚਾਰਮਿੰਗ ਕਲਰ ਆਫ ਰੈੱਡ ਐਂਡ ਔਰੇਂਜ ਸਨਰਾਈਜ਼ ਐਂਡ ਸਨਸੈਟ। ਮਤਲਬ ਇਹਨਾਂ ਦੇ ਕਰਕੇ ਜਿਹੜਾ ਸਾਨੂੰ ਸਨਸੈਟ ਵਗੈਰਾ ਉਹਦਾ ਕਲਰ ਆ ਜਿਹੜਾ ਉਹ ਚੇਂਜ ਹੁੰਦਾ ਦਿੰਦਾ। ਅਤੇ ਬਾਕੀ ਕਹਿੰਦੇ ਆ ਵੀ ਜਿਹੜਾ ਅਸਮਾਨ ਆ ਉਹ ਸਾਨੂੰ ਬਲੂ ਕਲਰ ਦਾ ਦਿੰਦਾ, ਉਹਦੇ ਵਿੱਚ ਵੀ ਇਹਨਾਂ ਦਾ ਯੋਗਦਾਨ ਹੁੰਦਾ ਆਪਣੇ ਕੋਲ ਪਾਰਟੀਕੂਲੇਟ ਮੈਟਰਸ ਦਾ। ਕਲੀਅਰ ਆ? ਤਾਂ ਹੁਣ ਦੇਖੋ ਸਟਰਕਚਰ ਆਫ ਦਾ ਐਟਮੋਸਫੀਅਰ। ਹੁਣ ਆਪਾਂ ਇਹ ਤਾਂ ਬੇਸਿਕ ਜਾਣਕਾਰੀ ਗੱਲ ਸੀਗੀ ਤੁਹਾਨੂੰ ਜਿਹੜੀ ਪਹਿਲਾਂ ਆਪਾਂ ਡਿਲੀਵਰ ਕੀਤੀ ਆ ਵੀ ਮਤਲਬ ਆਪਾਂ ਇੱਕ ਉਹਦੇ 'ਚੋਂ ਟੁਕੜਾ ਲੈ ਲਿਆ, ਉਹਦੇ 'ਚ ਆਪਣੀਆਂ ਜਿਹੜੀਆਂ ਲੇਅਰ ਸੀਗੀਆਂ ਉਹਨਾਂ ਦੇ ਬਾਰੇ ਆਪਾਂ ਗੱਲ ਕਰ ਲਈ। ਇਕੁਏਟਰ 'ਤੇ ਕਿਉਂ ਵੱਧਦਾ, ਪੋਲਸ ਦੇ ਉੱਤੇ ਕਿਉਂ ਘੱਟ ਆ, ਟੈਂਪਰੇਚਰ ਦਾ ਅਤੇ ਨਾਲ ਉਹਦੇ ਕੀ ਮਤਲਬ ਕਿ ਹਵਾ ਦਾ ਨਾਲ ਉਹਦਾ ਕੀ ਰਿਲੇਸ਼ਨ ਆ। ਤਾਂ ਗੈਸਾਂ ਦੀ ਗੱਲ ਕਰ ਲਈ ਆਪਾਂ, ਵਾਟਰ ਵੈਪਰ ਦੀ ਗੱਲ ਕਰ ਲਈ, ਪਾਰਟੀਕੂਲੇਟ ਮੈਟਰਸ ਦੀ ਗੱਲ ਕਰ ਲਈ, ਠੀਕ ਆ। ਹੁਣ ਆਪਾਂ ਗੱਲ ਕਰਦੇ ਹਾਂ ਐਟਮੋਸਫੇਅਰ ਦੀ, ਇਹਦੀ ਸਟਰਕਚਰ। ਤਾਂ ਇਹਨੂੰ ਆਪਾਂ ਡਿਫਰੈਂਟ ਲੇਅਰਸ ਅਕੋਰਡਿੰਗ ਟੂ ਕੰਪੋਜੀਸ਼ਨ, ਡੈਂਸਿਟੀ, ਪ੍ਰੈਸ਼ਰ ਅਤੇ ਟੈਂਪਰੇਚਰ ਵੇਰੀਏਸ਼ਨ। ਮਤਲਬ ਇਹਦੀ ਬਣਤਰ ਦੇ ਆਧਾਰ 'ਤੇ, ਘਣਤਾ ਦੇ ਆਧਾਰ 'ਤੇ, ਪ੍ਰੈਸ਼ਰ ਦੇ ਆਧਾਰ 'ਤੇ, ਤਾਪਮਾਨ ਮਤਲਬ ਕਿ ਭਿੰਨਤਾ ਦੇ ਆਧਾਰ 'ਤੇ। ਤਾਂ ਇਹਨੂੰ ਆਪਾਂ ਅਲੱਗ-ਅਲੱਗ ਲੇਅਰ ਦੇ ਵਿੱਚ ਵੰਡਦੇ ਹਾਂ। ਅਤੇ ਕੰਪੋਜੀਸ਼ਨ ਦੇ ਆਧਾਰ 'ਤੇ ਦੇਖੀਏ ਤਾਂ ਇਹਨੂੰ ਆਪਾਂ 2 ਲੇਅਰ ਦੇ ਵਿੱਚ ਵੰਡਦੇ ਹਾਂ, ਹੋਮੋਸਪੀਅਰ, ਹੀਟੀਰੀਓਸਪੀਅਰ।
मतलब ये आप ਕੰਪੋਜੀਸ਼ਨ ਦੇ ਆਧਾਰ ਤੇ ਇਹਨਾਂ ਨੂੰ ਵੰਡ ਰਹੇ ਹਾਂ। ਜੇ ਹੋਮੋਸਪੀਅਰ ਦੀ ਅੱਗੇ ਗੱਲ ਕਰੀਏ ਤਾਂ ਇਹਦੇ 'ਚ ਹੀ ਆ ਜਾਂਦੀ ਆਪਣੀ ਟ੍ਰੋਪੋਸਪੀਅਰ। ਆਪਾਂ ਪਹਿਲਾਂ ਗੱਲ ਕਰੀ ਸੀ ਸਭ ਤੋਂ ਪਹਿਲੀ ਟ੍ਰੋਪੋਸਪੀਅਰ ਆ, ਦੂਜੀ ਸਟ੍ਰੈਟੋਸਪੀਅਰ ਆ, ਤੀਜੀ ਆਪਣੀ ਮਿਡਲ ਵਾਲੀ ਮੀਜ਼ੋਸਪੀਅਰ ਆ। ਤੇ ਜਿਹੜੀ ਹੀਟੀਰੀਓਸਪੀਅਰ ਆ ਇਹਦੇ 'ਚ ਦੋ ਰੀਜ਼ਨ ਆ, ਥਰਮੋਸਪੀਅਰ ਤੇ ਐਗਜ਼ੋਸਪੀਅਰ। ਆ ਆਪਣਾ ਐਗਜ਼ ਵਾਲਾ ਜਮਾ ਬਾਹਰ ਵਾਲਾ, ਤਾਂ ਇੱਥੇ ਆਪਾਂ ਆਈਨੋ ਪੜ੍ਹੀ ਸੀ ਵੈਸੇ। ਤਾਂ ਦੀਜ਼ ਟੂ ਰੀਜ਼ਨਸ ਆਰ ਕੰਸੀਡਰਡ ਆਊਟਰ ਸਪੇਸ, ਮਤਲਬ ਜਿਹੜੀਆਂ ਲਾਸਟ ਵਾਲੀਆਂ ਦੋ ਨੇ ਇਹਨਾਂ ਨੂੰ ਅਸੀਂ ਕਿਹੜਾ ਕਹਿੰਦੇ ਆ, ਆਊਟਰ ਸਪੇਸ ਕਹਿੰਦੇ ਆ, ਕਿਉਂਕਿ ਜਮਾ ਇਹ ਲਾਸਟ ਤੇ ਨੇ। ਇਹਨਾਂ ਦੇ ਵਿੱਚ ਆਪਣੀਆਂ ਮਤਲਬ ਇੰਨੀਆਂ ਜ਼ਿਆਦਾ ਗਤੀਵਿਧੀਆਂ ਨਹੀਂ ਹੁੰਦੀਆਂ। ਦ ਗੈਸਿਜ਼ ਇਨ ਦਿਸ ਲੇਅਰ ਆਰ ਨਾਟ ਏਵਨਲੀ ਮਿਕਸ, ਮਤਲਬ ਮਿਕਸ ਮੁਕਸ ਵੀ ਨਹੀਂ ਹੁੰਦੀਆਂ ਇੱਥੇ। ਦ ਆਈਨੋਸਪੀਅਰ ਓਵਰਲੈਪਸ ਦਾ ਮੀਜ਼ੋਸਪੀਅਰ, ਆ ਗਈ ਉਹੀ ਆਪਣੀ ਆਈਨੋਸਪੀਅਰ, ਠੀਕ ਆ। ਤਾਂ ਓਵਰਲੈਪ ਕਰਦੀ ਆ ਮੀਜ਼ੋਸਪੀਅਰ ਨੂੰ, ਮਤਲਬ ਮੀਜ਼ੋਸਪੀਅਰ ਤੋਂ ਸਟਾਰਟ ਹੋ ਜਾਂਦੀ ਹੈ, ਇਦੋਂ ਬਾਅਦ ਚੱਲ ਪੈਂਦੀ ਹੈ ਤੇ ਥਰਮੋਸਪੀਅਰ ਦੇ ਵਿੱਚ ਆ ਜਾਂਦੀ ਆ। ਤਾਂ ਉੱਥੇ ਕੀ ਹੁੰਦੀ ਆ, ਆਈਨੋਸਪੀਅਰ। ਇੱਥੋਂ ਤੱਕ ਕਲੀਅਰ ਆ। ਜੇ ਜਿਹੜੀ ਥਰਮੋਸਪੀਅਰ ਆ ਉਹ ਬਾਟਮ ਰੀਜਨ ਆਫ ਦਾ ਹੀਟੀਰੀਓਸਪੀਅਰ, ਮਤਲਬ ਇਹਦੇ 'ਚ ਆ ਦੇਖੋ, ਇਹਦੇ 'ਚ ਥਰਮੋ ਤੋਂ ਸ਼ੁਰੂ ਹੁੰਦਾ, ਤਾਂ ਇਹ ਵਾਲੀ ਮਤਲਬ ਕਿ ਬਾਟਮ ਆ। ਮਤਲਬ ਪਹਿਲੀਆਂ ਜਿਵੇਂ ਆ ਪਹਿਲੀ ਹੋ ਗਈ ਟ੍ਰੋਪੋ, ਦੂਜੀ ਹੋ ਗਈ ਸਟ੍ਰੈਟੋ, ਆ ਮਤਲਬ ਕਿ ਟ੍ਰੋਪੋ, ਤੀਸਰੀ ਹੋ ਗਈ ਮੀਜ਼ੋ, ਆ ਹੋ ਗਈ ਆਪਣੀ ਥਰਮੋ। ਇੱਥੋਂ ਆ ਜਿਹੜੀਆਂ ਦੋ ਨੇ ਇਹਨਾਂ ਨੂੰ ਇਹ ਕੀ ਕਹਿ ਰਹੇ ਨੇ, ਆ ਹੀਟੀਰੀਓਸਪੀਅਰ ਕਹਿ ਰਹੇ ਆ। ਤਾਂ ਉਹਨਾਂ ਦੇ ਵਿੱਚੋਂ ਜਿਹੜੀ ਨੀਚੇ ਵਾਲੀ ਆ ਉਹ ਕਿਹੜੀ ਆ, ਥਰਮੋਸਪੀਅਰ ਹੀ ਆ। ਓਕੇ, ਦ ਐਗਜ਼ੋਸਪੀਅਰ ਇਜ਼ ਦ ਟੌਪ ਰੀਜਨ ਆਫ ਦਾ ਹੀਟੀਰੀਓਸਪੀਅਰ, ਮਤਲਬ ਐਗਜ਼ੋਸਪੀਅਰ ਵਾਲੀ ਐਗਜ਼ਿਟ ਕਰਨ ਵਾਲੀ ਤਾਂ ਸਭ ਤੋਂ ਜ਼ਿਆਦਾ ਲਾਸਟ ਤੇ ਆ ਜਿਹੜੀ, ਉਹ ਕਿਹੜੀ ਆ, ਐਗਜ਼ੋਸਪੀਅਰ ਆ। ਹੁਣ ਦੇਖੋ ਹੋਮੋਸਪੀਅਰ ਦੇ ਬਾਰੇ। ਤਾਂ ਜਿਹੜੀ ਹੋਮੋਸਪੀਅਰ ਆ एक्सटेंड फ्रॉम द अर्थ सरफेस अप टू एन एल्टीट्यूड ऑफ द 80 किलोमीटर। तो मतलब ये किन्ने तक फैली भी आ, 80 किलोमीटर तक फैली भी आ। मतलब मीजोस्पीयर तक इन्होंने गल करी है सारी, जिमें कि इत्थों लैके आप चलते हैं, आ मतलब पहली दूसरी तीसरी, आ तो अपनी होगी ट्रोपो, आ सट्रैटो, मीजो, आ इत्थे तक आ 80 किलोमीटर तक है जीरो, मतलब इत्थों आ वाला 18 गा तो आ वाला 8 आ इत्थे पोल आ इत्थे अपनी भूमध्य रेखा गी, ठीक है। तो ये किन्ने तक फैली भी आ, 80 किलोमीटर तक। मतलब कहते ईवन तो द एटमोसफेयर रैपिडली डिक्रीज इन द डेंसिटी विद द इनक्रीजिंग एल्टीट्यूड। एल्टीट्यूड होंदी उचाई, उचाई के ਵਧਣ ਨਾਲ ਜਿਹੜੀ ਇਹਦੀ ਡਿਕਰੀਜ਼ ਆ ਉਹ ਡਿਕਰੀਜ਼ ਹੁੰਦਾ, ਘਟਣਾ, ਡੈਂਸਿਟੀ ਘਟਦੀ ਆ। ਕੰਪੋਜੀਸ਼ਨ ਆਫ ਦ ਗੈਸ ਰਿਮੇਨ ਯੂਨੀਫਾਰਮ, ਮਤਲਬ ਇਹਦਾ ਪੁਆਇੰਟ ਆਪਾਂ ਨੂੰ ਇੰਨਾ ਕਰਨ ਦੀ ਲੋੜ ਹੀ ਨਹੀਂ। ਤਾਂ ਅੱਗੇ ਦੇਖੋ ਹੀਟੀਰੀਓਸਪੀਅਰ, ਠੀਕ ਆ। ਬਾਕੀ ਮੈਂ ਸਾਰੇ ਪੁਆਇੰਟ ਇੱਥੋਂ ਮਤਲਬ ਕਿ ਨਹੀਂ ਤੁਹਾਨੂੰ ਦੱਸ ਰਿਹਾ, ਵੀ ਜਿਹੜੇ ਤੁਹਾਡੇ ਸਮਝਣ ਦੇ ਲਈ ਇੱਥੇ ਜ਼ਿਆਦਾ ਜ਼ਰੂਰੀ ਨੇ। ਬਾਕੀ ਜਿਨ੍ਹਾਂ ਨੂੰ PDF ਚਾਹੀਦਾ ਹੋਇਆ ਉਹ ਤੁਸੀਂ ਟੈਲੀਗ੍ਰਾਮ ਤੋਂ PDF ਇਹਦਾ ਲੈ ਸਕਦੇ ਹੋ। ਤਾਂ ਜਿਹੜੇ ਇੱਥੇ ਤੁਹਾਨੂੰ ਮੈਂ ਆਮ ਸ਼ਬਦਾਂ ਦੇ ਵਿੱਚ, ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਹਾਨੂੰ ਕੋਈ ਡਾਊਟ ਨਾ ਹੋਵੇ। ਤਾਂ ਜਿਹੜਾ ਹੀਟੀਰੀਓਸਪੀਅਰ ਹੈ ਨਾ, ਇਹਦੇ 'ਚ ਕੀ ਹੁੰਦਾ, ਗੈਸਿਜ਼ ਇਨ ਦ ਲੇਅਰ ਆਰ ਨਾਟ ਇਵਨਲੀ ਮਿਕਸ, ਮਤਲਬ ਇਹਦੇ 'ਚ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਲਈ ਵੀ ਮਿਕਸ ਮੁਕਸ ਕੁਛ ਨਹੀਂ ਹੁੰਦਾ ਇੱਥੇ। ਮਤਲਬ ਇਹ 80 ਕਿਲੋਮੀਟਰ 'ਤੇ ਜੇ ਉਹ ਪਹਿਲਾਂ ਸੀਗਾ ਹੋਮੋ ਵਾਲਾ ਤਾਂ ਇਹ 80 ਤੋਂ ਸ਼ੁਰੂ ਹੋਊਗਾ, ਮਤਲਬ ਜਿੱਥੇ ਤੱਕ ਜਮਾ ਲਾਸਟ ਤੱਕ ਆਪਾਂ ਕਰਦੇ ਹਾਂ ਨਾ ਵੀ 3200 ਤੋਂ ਲੈ ਕੇ 10,000 ਤੱਕ ਐਗਜ਼ੋਸਪੀਅਰ ਚੱਲਦੀ ਆ, ਤਾਂ ਬਸ ਉੱਥੇ ਤੱਕ ਫਿਰ ਇਹ ਸਾਰਾ ਚੱਲੂਗਾ। ਤਾਂ ਮਤਲਬ ਫॉर ਆਲ ਸਾਇੰਟੀਫਿਕ ਪਰਪਜ਼ ਦ ਅਪਰ ਲਿਮਟ ਆਫ ਦ ਐਟਮੋਸਫੀਅਰ ਇਜ਼ ਟੇਕਨ ਐਜ਼ 480 किलोमीटर, यानी कि 480 किलोमीटर अबव इट इज़ कॉल्ड द एग्जोस्फीयर। मतलब अगे देखो बेस्ड ऑन द चेंज इन टैंपरेचर, तो टैंपरेचर के आधार पर ਜਿਹੜਾ ਅਸੀਂ ਇਹਨੂੰ ਹੁਣ ਚੇਂਜ ਕਰਦੇ ਹਾਂ ਉਹ ਆਪਣੀਆਂ 5 ਲੇਅਰ ਨੇ ਜਿਹੜੀਆਂ ਆਪਾਂ ਆਮ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ ਨਾ, ਉਹਨਾਂ ਦੇ ਵਿੱਚ ਤਾਂ ਤੁਹਾਨੂੰ ਸਿਰਫ ਆਹ ਚੀਜ਼ ਦੱਸੀ ਹੁੰਦੀ ਆ। ਤੇ ਇਦੋਂ ਪਹਿਲਾਂ ਵਾਲਾ ਤਾਂ ਕਿਸੇ ਟਾਮੀ ਟੱਲੀ ਕਿਤਾਬ ਦੇ ਵਿੱਚ, ਕਿਸੇ ਸਟੈਂਡਰਡ ਵਧੀਆ ਕਿਤਾਬ ਪੜ੍ਹੋਗੇ ਤੁਸੀਂ, ਉਹਨਾਂ ਦੇ ਵਿੱਚ ਆਉਂਦਾ ਵੀ ਉਹਨਾਂ ਦੇ ਅਕੋਰਡਿੰਗਲੀ ਜਿਹੜੀ ਉਹ ਕੀਤੀ ਹੋਵੇ। ਤਾਂ ਹੁਣ ਦੇਖੋ ਜਿਹੜੀਆਂ 5 ਲੇਅਰ ਆਪਾਂ ਪੜ੍ਹਦੇ ਹਾਂ ਨਾ, ਇਹ ਚੇਂਜ ਟੈਂਪਰੇਚਰ ਦੇ ਆਧਾਰ 'ਤੇ ਨੇ। ट्रोपोस्पीयर, सट्रैटोस्पीयर, मीजोस्पीयर आ मिडल वाली आ सब तो लोअर आ सब तो मतलब बाहर वाली आ, थर्मोस्पीयर या आइनोस्पीयर ते एग्जोस्पीयर। हुण आपां एक एक करके इन्हां दे बारे गल करनी आ। तां हुण आपां ट्रोपोस्पीयर दे बारे गल कर रहे हां। ये किहड़ी आ, ये सब तो लोअर मोस्ट लेयर आ, ठीक आ। तां जिन्हां ने भी मतलब कि छोटा एग्जाम देना उन्हां दे लई बस इहदे चों 2-4 पॉइंट ने, जिवें कि वो तां बस वन लाइनर एवें बनदे आ। ट्रोपोस्पीयर किहड़ी आ, सब तो लोअर मोस्ट आ, तां ये 18 किलोमीटर इक्वेटर ते आ, ठीक है। बाकी मतलब कि 8 किलोमीटर ये पोल्स ते आ, ते मिड विचाले जे 13 किलोमीटर आ। बस उन्हां दे लई तां सिर्फ इन्ना कुछ हो जांदा है। बाकी एक ट्रोपोपॉज बारे उन्हां दे बारे क्वेश्चन आ सकदा नहीं, जिन्हां ने PPSC नूं देना, UPSC नूं देना, ते उन्हां दे लई तां प्रॉपर स्लाइड समझनी बहुत ज़्यादा इंपॉर्टेंट आ। 90% ऑफ द टोटल मास ऑफ द एटमोसफेयर, मतलब कि ज़्यादातर ये ही आ जाता। बाकी ये ना जी हवा गई वो मतलब कि एक जगह पर मतलब कि टेक के नहीं खड़ती, किते वध गई किते घट गई। तो एवें जी ये लेयर है, करके इहनूं असीं किहड़ी कहने, चेंजिंग स्पीयर कहने। तो चेंजिंग स्पीयर किहड़ी आ, वो भी ट्रोपोस्पीयर आ, क्योंकि ये अपनियां जिहड़ियां सारियां जिन्नियां भी गतिविधियां हुंदियां ने मौसम वालियां, वो सारियां इहदे च हुंदियां। तां करके जिहड़ी हवा गई वो अपने इत्थे इक्को जिक्को नहीं रहिंदी, तां करके इहनूं असीं की कहने आ, चेंजिंग स्पीयर भी कहने आ। ओके, इस तों बाद इंटायर वैदर फिनोमना, मतलब जिन्ने भी वैदर फिनोमना होंदे ने ना सारे, वो सारे इहदे च ही आउंदे अपने, ठीक है। जिन्ने भी अपने वैदर फिनोमना होंदे आ ना, वो सारे मतलब टेक प्लेस इन दिस लेयर। तां इहदे च अपने वाटर वैपर ने, डस्ट पार्टिकल ने, क्लाउड ने, सारे क्लाउड फॉर्मेशन भी अपना कल्ला इहदे च ही हुंदा, ठीक है। तो इस तों बाद इन द ट्रोपोस्पीयर द टैंपरेचर डिक्रीज विद एन इनक्रीज द हाइट, मतलब इहदे च अपने की आ, जे आपां उप्पर नूं जाने आ ना तां
ਆਪਣੀ ਹਾਈਟ ਵੱਧ ਰਹੀ ਆ ਤੇ ਨਾਲ ਹੀ ਮਤਲਬ ਕਿ ਟੈਂਪਰੇਚਰ ਆ ਜਿਹੜਾ ਉਹ ਡਿਕਰੀਜ਼ ਕਰ ਰਿਹਾ, ਤਾਂ ਇਹਨੂੰ ਅਸੀਂ ਕਿਹੜਾ ਲੈਪਸ ਰੇਟ ਕਹਾਂਗੇ, ਇਹ ਤੁਸੀਂ ਦੱਸਣਾ ਵੀ ਮਤਲਬ ਆਪਣੀ ਹਾਈਟ ਵੱਧ ਰਹੀ ਆ ਤੇ ਹਾਈਟ ਵਧਣ ਦੇ ਨਾਲ ਟੈਂਪਰੇਚਰ ਡਿਕਰੀਜ਼ ਕਰ ਰਿਹਾ, ਤੇ ਮਤਲਬ ਰੇਟ ਕਿੰਨਾ 1 ਡਿਗਰੀ ਸੈਲਸੀਅਸ ਫॉर ਐਵਰੀ 165 ਮੀਟਰ, 165 ਮੀਟਰ ਹਾਈਟ ਦੇ ਅਕੋਰਡਿੰਗਲੀ 1 ਡਿਗਰੀ ਜਿਹੜਾ ਉਹ ਡਿੱਗ ਰਿਹਾ, ਤਾਂ ਮਤਲਬ ਇਹਨੂੰ ਨਾਰਮਲ ਲੈਪਸ ਰੇਟ ਕਹਿੰਦੇ ਆ, ਤੇ ਹੋਰ ਆਪਾਂ ਇਹਨੂੰ ਕਿਹੜਾ ਲੈਪਸ ਰੇਟ ਕਹਿ ਸਕਦੇ ਆ। ਠੀਕ ਆ, ਤਾਂ ਬਾਕੀ ਇਹਦੇ 'ਚ ਹੋਰ ਤਾਂ ਪੁਆਇੰਟ ਨੇ ਜਿਹੜੇ, ਦਾ ਮਿਨੀਮਮ ਟੈਂਪਰੇਚਰ ਅਟੇਨਡ ਇਨ ਦਿਸ ਲੇਅਰ -57 ਡਿਗਰੀ ਸੈਂਟੀਗ੍ਰੇਡ, ਮਤਲਬ ਆਪਾਂ ਇਹ ਵੀ ਤੁਹਾਨੂੰ ਇੱਕ ਕਲਾਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੋਇਆ ਪਹਿਲਾਂ ਵਾਲੀ ਜੀਓਗ੍ਰਾਫੀ ਦੀ ਕਲਾਸ ਦੇ ਵਿੱਚ ਵੀ ਕਿੱਥੇ ਘੱਟ ਤੋਂ ਘੱਟ ਟੈਂਪਰੇਚਰ ਆ, ਕਿੱਥੇ ਜ਼ਿਆਦਾ ਤੋਂ ਜ਼ਿਆਦਾ ਟੈਂਪਰੇਚਰ ਆਪਣਾ ਰਿਕਾਰਡ ਕੀਤਾ ਗਿਆ। ਠੀਕ ਆ, ਤਾਂ ਹੁਣ ਇੱਕ ਆਉਂਦਾ ਇਹਦੇ 'ਚ ਇੰਪੋਰਟੈਂਟ ਪੁਆਇੰਟ ਆ ਵੀ ਟ੍ਰੋਪੋਪਾਊਜ਼ ਕੀ ਹੁੰਦਾ, ਇਹਦੇ 'ਚ ਇੱਕ ਹੁੰਦਾ ਟ੍ਰੋਪੋਪਾਊਜ਼, ਤਾਂ ਟ੍ਰੋਪੋਪਾਊਜ਼ ਕੀ ਹੁੰਦਾ, ਜਿੱਥੇ ਜਾ ਕੇ ਇਹ ਲੇਅਰ ਐਂਡ ਕਰਦੀ ਆ ਨਾ, ਜਿਵੇਂ ਆਪਾਂ ਉਹਦੇ 'ਚ ਪਹਿਲਾਂ ਨਹੀਂ ਗੱਲ ਕਰੀ ਸੀਗੀ ਰੈਪਟੀਲਾਈਨ ਸੀਗੀ, ਠੀਕ ਆ, ਕੋਨਾਰਡ ਰੇਖਾ ਸੀ, ਤਾਂ ਉਵੇਂ ਇਹਦੇ 'ਚ ਇਹ ਪਾਊਜ਼ ਆਉਂਦੇ ਨੇ, ਤਾਂ ਜਿੱਥੇ ਟ੍ਰੋਪੋਸਫੀਅਰ ਦੀ ਜਿਵੇਂ ਐਂਡ ਵਾਲੀ ਲਾਈਨ ਹੁੰਦੀ ਆ, ਤਾਂ ਉੱਥੇ ਜਾ ਕੇ ਜਦੋਂ ਅਗਲੀ ਲੇਅਰ ਸ਼ੁਰੂ ਹੋਊਗੀ ਤਾਂ ਉਹਨਾਂ ਦੇ ਵਿਚਾਲੇ ਜਿਹੜੀ ਉਹ ਬਾਉਂਡਰੀ ਜਿਹੜੀ ਲਾਈਨ ਆ ਉਹਨੂੰ ਕੀ ਕਹਿੰਦੇ ਆ, ਇਹ ਟ੍ਰੋਪੋਪਾਊਜ਼ ਕਹਿੰਦੇ ਆ। ਤਾਂ ਟੌਪ ਮੋਸਟ ਲੇਅਰ ਆਫ ਦਾ ਟ੍ਰੋਪੋਸਫੀਅਰ ਤੇ ਬਾਉਂਡਰੀ ਬਿਟਵੀਨ ਦਾ ਟ੍ਰੋਪੋਸਫੀਅਰ ਐਂਡ ਦਾ ਸਟ੍ਰੈਟੋਸਫੀਅਰ, ਮਤਲਬ ਪਹਿਲੀ ਲੇਅਰ ਟ੍ਰੋਪੋ ਆ, ਦੂਜੀ ਸਟ੍ਰੈਟੋ ਆ, ਇਹਨਾਂ ਦੇ ਵਿਚਾਲੇ ਜਿਹੜੀ ਇੱਕ ਬਾਉਂਡਰੀ ਬਣੀ ਵੀ ਆ ਉਹਨੂੰ ਅਸੀਂ ਕਹਿੰਦੇ ਆ ਟ੍ਰੋਪੋਪਾਊਜ਼ ਕਹਿੰਦੇ ਆ। ਠੀਕ ਆ, ਇੱਥੇ ਕੌਨਸਟੈਂਟ ਟੈਂਪਰੇਚਰ ਆ। ਉਮੀਦ ਕਰਦੇ ਆ ਵੀ ਕਲੀਅਰ ਹੋਊਗਾ ਤੁਹਾਨੂੰ। ਅੱਗੇ ਦੇਖੋ ਸਟ੍ਰੈਟੋਸਫੀਅਰ, ਹੁਣ ਆਪਾਂ ਕਿਹਦੀ ਗੱਲ ਕਰਦੇ ਹਾਂ, ਇਹ ਕਿਹੜੀ ਲੇਅਰ ਆ, ਸੈਕੰਡ ਲੇਅਰ ਆ। ਠੀਕ ਆ, ਇਹ ਕਿਹੜੀ ਲੇਅਰ ਆ, ਸੈਕੰਡ ਲੇਅਰ ਆ ਐਟਮੋਸਫੀਅਰ ਦੀ, ਤੇ ਇਹ ਕਿੱਥੇ ਤੱਕ ਮਤਲਬ ਕਿ ਹੈਗੀ, ਇਹਦੀ ਹਾਈਟ 50 ਕਿਲੋਮੀਟਰ ਫਰੋਮ ਦਾ ਅਰਥ ਸਰਫੇਸ, ਮਤਲਬ ਇਹ 50 ਕਿਲੋਮੀਟਰ ਤੱਕ ਦੇ ਇਹਦੇ 'ਚ ਆਪਣੀ ਰੇਂਜ ਆ ਜਿਹੜੀ ਇਹਦੀ, ਤੇ ਇਹ ਬਹੁਤ ਜ਼ਿਆਦਾ ਡਰਾਈ ਆ। ਹੁਣ ਡਰਾਈ ਕਿਉਂ ਆ, ਮਤਲਬ ਇੱਥੇ ਪਾਣੀ ਦੇ ਵਾਟਰ ਵੈਪਰ ਨੇ ਜਿਹੜੇ ਬਹੁਤ ਜ਼ਿਆਦਾ ਘੱਟ ਨੇ, ਤਾਂ ਜਿਹੜੀ ਇਹਦੇ 'ਚ ਪਾਈ ਜਾਂਦੀ ਹੈ ਨਾ ਓਜ਼ੋਨ ਲੇਅਰ, ਜਿਹੜੀ ਆਪਾਂ ਓਜ਼ੋਨ ਲੇਅਰ ਦੀ ਗੱਲ ਕਰਦੇ ਹਾਂ ਵੀ ਸਾਨੂੰ ਅਲਟਰਾ ਵਾਇਲਟ ਰੇਜ਼ ਤੋਂ ਬਚਾਉਂਦੀ ਆ, ਉਹ ਕਿਹੜੀ ਲੇਅਰ ਦੇ ਵਿੱਚ ਪਾਈ ਜਾਂਦੀ ਆ, ਦੂਸਰੀ ਲੇਅਰ ਦੇ ਵਿੱਚ ਪਾਈ ਜਾਂਦੀ ਆ। ਦੂਸਰੀ ਦਾ ਨਾਮ ਕੀ ਆ, ਸਟ੍ਰੈਟੋਸਫੀਅਰ ਆ, ਤੇ ਇਹਦੇ 'ਚ ਜਦੋਂ ਇਹ ਪਾਈ ਜਾਂਦੀ ਆ ਇਹਦਾ ਵੀ ਇੱਕ ਰੀਜ਼ਨ ਆ। ਠੀਕ ਆ, ਬਾਕੀ ਇਹ ਜਿਹੜੀ ਲੇਅਰ ਆ ਨਾ ਆਲਮੋਸਟ ਫ੍ਰੀ ਫਰੋਮ ਕਲਾਊਡਸ, ਮਤਲਬ ਇਹਦੇ 'ਚ ਕੀ ਕਲਾਊਡ ਬਣਦੇ ਆ, ਕਲਾਊਡ ਤਾਂ ਇਕੱਲੇ ਆਪਣੇ ਵਾਲੀ 'ਚ ਹੀ ਬਣਦੇ ਨੇ, ਨੀਚੇ ਵਾਲੀ 'ਚ ਸਟ੍ਰੈਟੋ 'ਚ, ਠੀਕ ਆ, ਸੌਰੀ ਟ੍ਰੋਪੋ 'ਚ ਬਣਦੇ ਨੇ, ਤੇ ਬਾਕੀ ਜਿਹੜੀ ਸਟ੍ਰੈਟੋ ਆ ਇਹਦੇ 'ਚ ਕਲਾਊਡ ਨਹੀਂ ਬਣਦੇ। ਠੀਕ ਆ, ਤੇ ਹੁਣ ਜੇ ਕਲਾਊਡ ਨਹੀਂ ਬਣਨਗੇ ਤਾਂ ਫਿਰ ਜਿਹੜੇ ਜਹਾਜ਼ ਨੇ ਉਹ ਇੱਥੇ ਚੱਲਣਗੇ, ਓਬਵੀਅਸ ਗੱਲ ਆ ਵੀ ਇੱਥੇ ਜਹਾਜ਼ ਚੱਲਣਗੇ। ਤਾਂ ਹੁਣ ਸਟ੍ਰੈਟੋਸਫੀਅਰ ਐਸੋਸੀਏਟਡ ਵਿਦ ਵੈਦਰ ਫਿਨੋਮਨਾ ਮੇਕਿੰਗ ਕੰਡੀਸ਼ਨ ਮੋਸਟ ਆਈਡਲ ਫॉर ਦਾ ਫਲਾਈਂਗ ਏਰੋਪਲੇਨਸ, ਮਤਲਬ ਇੱਥੇ ਜਿਹੜੇ ਏਰੋਪਲੇਨ ਨੇ ਉਹ ਚਲਾਏ ਜਾਂਦੇ ਨੇ। ਠੀਕ ਆ, ਤਾਂ ਹੁਣ ਇਹਦੇ 'ਚ ਆਪਣਾ ਓਜ਼ੋਨ ਦੇ ਬਾਰੇ ਪੁਆਇੰਟ ਆ ਗਏ, ਤਾਂ ਓਜ਼ੋਨ ਦੇ ਬਾਰੇ ਆਪਾਂ 2-4 ਪੁਆਇੰਟ ਕਰ ਲੈਂਦੇ ਹਾਂ। ਇੱਥੇ ਦੇਖੋ, ਠੀਕ ਆ, ਹੁਣ ਜਿਹੜੀ ਸਟ੍ਰੈਟੋਸਫੀਅਰ ਹੈ ਨਾ ਇਹਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਸਮਤਾਪ ਮੰਡਲ। ਜੇ ਆਪਾਂ ਹੁਣ ਗੱਲ ਕਰਦੇ ਸੀ ਸਟ੍ਰੈਟੋ ਦੀ, ਸਟ੍ਰੈਟੋਸਫੀਅਰ ਦੀ ਗੱਲ ਕਰਦੇ ਆ, ਇਹਨੂੰ ਆਪਾਂ ਕਿਹੜਾ ਮੰਡਲ ਕਹਿੰਦੇ ਆ, ਸਮਤਾਪ ਮੰਡਲ। ਠੀਕ ਆ, ਤਾਂ ਹੁਣ ਇਹਦੇ 'ਚ ਕੀ ਆ, ਇਹਦੇ 'ਚ ਪਾਈ ਜਾਂਦੀ ਆ ਓਜ਼ੋਨ ਲੇਅਰ। ਤਾਂ ਜੇ ਤੁਹਾਨੂੰ ਆ ਜੇ ਵੀ ਮਤਲਬ ਕਿ ਓਜ਼ੋਨ ਲੇਅਰ ਕਿੱਥੇ ਪਾਈ ਜਾਂਦੀ ਆ, ਤੁਸੀਂ ਕਹੋਗੇ ਸੈਕੰਡ ਲੇਅਰ। ਸੈਕੰਡ ਲੇਅਰ ਕਿਹੜੀ ਆ, ਸਟ੍ਰੈਟੋਸਫੀਅਰ। ਤਾਂ ਓਜ਼ੋਨ ਕੀ ਕਰਦੀ ਆ, ਇਹਦੇ ਕੰਮ ਕੀ ਨੇ, ਇਹ ਰਿਫਲੈਕਟ ਕਰਦੀ ਆ। ਠੀਕ ਆ, ਇਹ ਰਿਫਲੈਕਟ ਕਰਦੀ ਆ, ਐਬਜ਼ੋਰਬ ਕਰਦੀ ਆ, ਮਤਲਬ ਕਿ ਸੋਕਦੀ ਆ ਕਿਹਨਾਂ ਨੂੰ, UV ਰੇਜ਼ ਨੂੰ। ਹੁਣ UV ਰੇਜ਼ ਕੀ ਨੇ, ਇਹ ਸੂਰਜ ਤੋਂ ਆਉਣ ਵਾਲੀਆਂ ਜਿਹੜੀਆਂ ਮਤਲਬ ਕਿ ਹਾਨੀਕਾਰਕ ਕਿਰਨਾਂ ਨੇ ਉਹਨਾਂ ਨੂੰ ਕਹਿੰਦੇ ਆਪਾਂ। ਤਾਂ ਹੁਣ ਦੇਖੋ ਵੀ ਇੱਥੇ ਜਦੋਂ ਇਹ ਇਹਨਾਂ ਨੂੰ ਸੋਖ ਲੈਂਦੀ ਆ ਤਾਂ ਇੱਥੇ ਜਿਹੜਾ ਟੈਂਪਰੇਚਰ ਆ ਨਾ, ਟੈਂਪਰੇਚਰ ਫਿਰ ਕੀ ਹੋ ਜਾਂਦਾ, ਬਹੁਤ ਜ਼ਿਆਦਾ ਹਾਈਫਾਈ ਹੋ ਜਾਂਦਾ। ਤੇ ਜੇ ਟੈਂਪਰੇਚਰ ਬਾਹਲਾ ਹੀ ਜ਼ਿਆਦਾ ਹਾਈਫਾਈ ਹੋ ਜਾਂਦਾ ਤਾਂ ਇੱਥੇ ਕੰਡੈਂਸੇਸ਼ਨ ਨਹੀਂ ਹੁੰਦਾ, ਤਾਂ ਕਰਕੇ ਫਿਰ ਇੱਥੇ ਜਿਹੜਾ ਕਲਾਊਡ ਫਾਰਮੇਸ਼ਨ ਆ ਉਹ ਵੀ ਨਹੀਂ ਹੁੰਦਾ। ਤਾਂ ਕਲਾਊਡ ਫਾਰਮੇਸ਼ਨ ਇੱਥੇ ਬਿਲਕੁਲ ਨਹੀਂ ਹੁੰਦਾ, ਤਾਂ ਕਰਕੇ ਇੱਥੇ ਜਮਾਂ ਕਲੀਅਰ ਰਹਿੰਦਾ ਕੰਮ, ਤੇ ਗਰਮੀ ਜ਼ਿਆਦਾ ਤਾਂ ਕਰਕੇ ਇੱਥੇ ਬੱਦਲ ਬਣਦੇ ਨਹੀਂ, ਤਾਂ ਕਰਕੇ ਇੱਥੇ ਪਾਈ ਜਾਂਦੀ ਆਪਣੀ ਓਜ਼ੋਨ ਲੇਅਰ। ਹੁਣ ਓਜ਼ੋਨ ਲੇਅਰ ਨੂੰ ਅਸੀਂ ਕੀ ਕਹਿੰਦੇ ਆ, O3। O3 ਮਤਲਬ ਆਕਸੀਜਨ ਦੇ 3 ਅਣੂ ਨੇ ਜਿਹੜੇ, ਇਹਨਾਂ ਤੋਂ ਮਿਲ ਕੇ ਬਣਦੀ ਆ ਓਜ਼ੋਨ ਲੇਅਰ। ਇਹ ਪਾਈ ਜਾਂਦੀ ਆਪਣੀ 18 ਤੋਂ ਲੈ ਕੇ 22 ਕਿਲੋਮੀਟਰ ਤੱਕ, ਵੈਸੇ ਕਈ ਕਿਤਾਬਾਂ ਦੇ ਵਿੱਚ 20 ਤੋਂ 30 ਕਿਲੋਮੀਟਰ ਤੱਕ ਵੀ ਆ ਪਾਈ ਜਾਂਦੀ ਆ। ਤਾਂ ਜਿੱਥੇ ਜਿੱਥੇ ਇਹ ਪਾਈ ਜਾਂਦੀ ਆ ਇਹਨੂੰ ਅਸੀਂ ਕਹਿੰਦੇ ਆ ਓਜ਼ੋਨੋ ਮੰਡਲ। ਓਜ਼ੋਨੋ ਮੰਡਲ ਕੀ ਆ, ਬਸ ਜਿੱਥੇ ਜਿੱਥੇ ਓਜ਼ੋਨ ਲੇਅਰ ਪਾਈ ਜਾਂਦੀ ਆ ਉਹਨੂੰ ਅਸੀਂ ਕੀ ਕਹਿੰਦੇ, ਓਜ਼ੋਨੋ ਮੰਡਲ ਕਹਿੰਦੇ ਆ। ਤਕਰੀਬਨ ਇਹ 18 ਤੋਂ 30 ਲਿਖ ਦਿਓ ਜੇ ਮਤਲਬ ਨਹੀਂ ਚੱਕਰਾਂ 'ਚ ਪੈਣਾ, ਉਹਦਾ 18 ਤੋਂ 22 ਵੀ ਆ, 20 ਤੋਂ 30 ਵੀ ਸਹੀ ਆ, 18 ਤੋਂ 30 ਵੀ ਸਹੀ ਆ। ਤਾਂ ਇੱਥੇ ਪਾਈ ਜਾਂਦੀ ਆ ਉਹਨੂੰ ਅਸੀਂ ਕਹਿੰਦੇ ਆ ਓਜ਼ੋਨੋ ਮੰਡਲ ਕਹਿੰਦੇ ਆ। ਹੁਣ ਕੰਮ ਓਜ਼ੋਨ ਲੇਅਰ ਦਾ ਕੀ ਆ, ਐਬਜ਼ੋਰਬ ਕਰਦੀ ਆ, ਰਿਫਲੈਕਟ ਕਰਦੀ ਆ UV ਰੇਜ਼ ਨੂੰ। ਠੀਕ ਆ, ਤਾਂ ਹੁਣ ਓਜ਼ੋਨ ਦੇ ਬਾਰੇ ਆਪਾਂ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਓਜ਼ੋਨ ਦੇ ਬਾਰੇ ਜਿਹੜਾ ਫਾਊਂਡ ਕੀਤਾ ਸੀ ਉਹ ਕਿਹਨ ਸੀਗੇ, ਉਹ ਸੀਗੇ ਇੱਕ ਸਾਇੰਟਿਸਟ ਸੀਗੇ। ਠੀਕ ਆ, ਸਾਇੰਟਿਸਟ ਨੇ ਜਿਨ੍ਹਾਂ ਦਾ ਨਾਮ ਸੀਗਾ ਚੈਂਪਮੈਨ। ਚੈਂਪੀਅਨ ਟਾਈਪ ਹੀ ਨੇ ਬੰਦੇ ਵੀ, ਮਤਲਬ ਜਿਨ੍ਹਾਂ ਨੇ ਏਡੀ ਰਿਸਰਚ ਕਰੀ ਹੈ ਨਾ। ਤੇ 1930, ਠੀਕ ਆ, ਤਾਂ ਇਹਨਾਂ ਨੇ ਕਿਹਾ ਸੀਗਾ ਫਾਰਮੇਸ਼ਨ ਆ ਜਿਹੜੀ, ਇਹਨਾਂ ਨੇ ਦੱਸਿਆ ਸੀ ਫਾਰਮੇਸ਼ਨ ਦੇ ਬਾਰੇ।
ਕਾਹਦੀ ਫਾਰਮੇਸ਼ਨ ਦੇ ਬਾਰੇ, ਓਜ਼ੋਨ ਦੀ ਫਾਰਮੇਸ਼ਨ ਦੇ ਬਾਰੇ। ਇਹ ਕਿਹਨਾਂ ਨੇ ਦੱਸਿਆ, ਇਹ ਆਪਣੇ ਦੱਸਿਆ ਸੀ ਚੈਂਪਮੈਨ ਨੇ। ਤੇ ਇਹਨਾਂ ਨੇ ਦੱਸਿਆ ਵੀ ਜਿਹੜੇ ਆਕਸੀਜਨ ਆ ਨਾ ਇਹਨੂੰ ਆਪਾਂ ਕਹਿੰਦੇ O2, ਤਾਂ ਮਤਲਬ ਇਹ ਬ੍ਰੇਕ ਡਾਊਨ ਹੋ ਜਾਂਦੀ ਆ ਜਦੋਂ ਸਨਲਾਈਟ ਪੈਂਦੀ ਆ, ਤਾਂ ਇਹ ਮਤਲਬ ਸਿੰਗਲ 'ਚ ਟੁੱਟ ਜਾਂਦੀ ਆ O। ਫਿਰ ਅੱਗੇ ਆ ਉਰੇ O2 ਹੋਰ ਆ, ਇਹਦੀ ਵੀ ਟੁੱਟ ਗਈ O ਤੇ O। ਹੁਣ ਆਹ ਤਿੰਨੇ ਆਪਸ 'ਚ ਜੁੜ ਗਏ, ਤਾਂ ਇਹਨਾਂ ਤੋਂ ਤਿੰਨਾਂ ਤੋਂ ਮਿਲ ਕੇ ਬਣ ਗਿਆ O3, ਤਾਂ ਇਹ ਬਣ ਗਈ ਆਪਣੀ ਓਜ਼ੋਨ ਲੇਅਰ। ਕਲੀਅਰ ਆ? ਤਾਂ ਐਵੇਂ ਹੋ ਗਈ। ਤਾਂ ਹੁਣ ਓਜ਼ੋਨ ਦੇ ਲਈ ਇਹਨਾਂ ਦਾ ਜਿਹੜਾ ਇਹ ਸੀਗਾ, ਮਤਲਬ ਇਹਨੂੰ ਬਾਅਦ ਦੇ ਵਿੱਚ ਆਪਾਂ ਇਹਨਾਂ ਨੇ ਕਹਿਤਾ ਚੈਂਪ ਸਾਈਕਲ। ਤਾਂ ਇਹੀ ਕੁਐਸਚਨ ਆਉਂਦਾ ਵੀ ਚੈਂਪਮੈਨ ਦੀ ਥਿਓਰੀ ਨੂੰ ਕਹਿੰਦੇ ਆ ਚੈਂਪ ਸਾਈਕਲ। ਆ ਜਿਹੜਾ ਓਜ਼ੋਨ ਆ ਨਾ, ਮਤਲਬ ਓਜ਼ੋਨ ਹੁੰਦੀ ਆਪਣੀ ਆਕਸੀਜਨ ਹੁੰਦੀ ਆ O2, ਤਾਂ ਸਨਲਾਈਟ ਦੇ ਨਾਲ ਉਹ ਬ੍ਰੇਕ ਡਾਊਨ ਹੋ ਜਾਂਦੀ ਆ, ਉਹ ਦੇ ਵਿੱਚ ਹੋ ਜਾਂਦੀ ਆ। ਫਿਰ ਜਦੋਂ ਹੋਰ ਆਕਸੀਜਨ ਦਾ ਕੋਈ, ਜਿਵੇਂ ਆਹ ਸੀ ਇਹ 2 O 'ਚ ਟੁੱਟ ਗਈ, ਇੱਕ ਆ ਵੀ ਆ ਇੱਕ O2 ਆ ਸੀ, ਤਾਂ ਇਹ ਜੁੜ ਕੇ ਬਣ ਗਈਆਂ O3, ਤਾਂ ਇਹ ਬਣ ਗਈ ਓਜ਼ੋਨ। ਆ ਸੀ ਆਕਸੀਜਨ, ਆ ਇਹਦਾ ਇੱਕ ਅਣੂ ਸੀਗਾ। ਤਾਂ ਇਹਨੂੰ ਸਾਰੇ ਸਾਈਕਲ ਨੂੰ ਅਸੀਂ ਕਹਿ ਦਿੰਦੇ ਆ ਚੈਂਪ ਸਾਈਕਲ। ਠੀਕ ਆ? ਕਿਹੜੇ ਬੰਦੇ ਨੇ ਦਿੱਤੀ ਸੀ ਇਹ? ਆਪਣਾ ਸੀਗਾ ਚੈਂਪਮੈਨ। ਤੇ ਓਜ਼ੋਨ ਦਾ ਜਿਹੜਾ ਡੇ ਮਨਾਇਆ ਜਾਂਦਾ ਉਹ ਅਸੀਂ ਕਦੋਂ ਮਨਾਉਂਦੇ ਹਾਂ? ਹਰ ਸਾਲ 16 ਸਤੰਬਰ ਨੂੰ। ਹਰ ਸਾਲ 16 ਸਤੰਬਰ ਨੂੰ ਜਿਹੜਾ ਓਜ਼ੋਨ ਡੇ ਆ ਉਹ ਅਸੀਂ ਸੈਲੀਬ੍ਰੇਟ ਕਰਦੇ ਹਾਂ। ਬਾਕੀ ਇਹਦੇ ਲਈ ਜਿਹੜੇ ਮਤਲਬ ਕਿ ਇਹਨੂੰ ਬਚਾਉਣ ਦੇ ਲਈ ਆਪਣੇ ਕੋਲੇ 2-4 ਪ੍ਰੋਟੋਕੋਲ ਵੀ ਸਾਈਨ ਕੀਤੇ ਗਿਆ। ਮੌਂਟਰੀਅਲ ਪ੍ਰੋਟੋਕੋਲ ਆ, ਇਹ ਬਹੁਤ ਵਾਰ ਪੁੱਛਿਆ ਜਾਂਦਾ। ਮੌਂਟਰੀਅਲ ਪ੍ਰੋਟੋਕੋਲ ਦੇ ਬਾਰੇ ਇਹ ਵੀ ਮਤਲਬ ਕਿਹੜਾ ਸਾਈਨ ਕੀਤਾ ਗਿਆ ਸੀ ਨਾ, 16 ਸਤੰਬਰ ਨੂੰ ਕੀਤਾ ਗਿਆ ਸੀ। ਤਾਂ ਕਰਕੇ ਓਜ਼ੋਨ ਦੇਣਾ ਜਿਹੜਾ ਉਹ ਵੀ ਅਸੀਂ ਇਸੇ ਦਿਨ ਨੂੰ ਮਨਾਉਂਦੇ ਹਾਂ, 16 ਸਤੰਬਰ ਨੂੰ। ਕਲੀਅਰ ਆ? ਕਿੰਨੇ 'ਚ ਸਾਈਨ ਕੀਤਾ ਇਹ? 1987 ਦੇ ਵਿੱਚ। ਪਰ ਇਹ ਫੋਰਸ ਦੇ ਵਿੱਚ ਕਦੋਂ ਹੁੰਦਾ? 1 ਜਨਵਰੀ 1999। ਇਹਦੇ 'ਚ ਥੋੜ੍ਹੀ ਜਿਹੀ ਕਨਫਿਊਜ਼ਨ ਹੈ ਇੱਥੇ, ਮਤਲਬ ਕਈ ਜਵਾਕ ਨੇ ਤਾਂ ਇਹ ਉੱਤੇ ਗਲਤ ਕਰ ਦਿੰਦੇ ਆ। ਅਤੇ ਜਿਹੜਾ ਮੌਂਟਰੀਅਲ ਪ੍ਰੋਟੋਕੋਲ ਆ ਨਾ, ਇਹ 16 ਸਤੰਬਰ 1987 ਨੂੰ ਸਾਈਨ ਕੀਤਾ ਗਿਆ, ਪਰ ਜਦੋਂ ਫੋਰਸ ਦੇ ਵਿੱਚ ਆਉਂਦਾ ਮਤਲਬ ਕਿ ਲਾਗੂ ਹੁੰਦਾ 1 ਜਨਵਰੀ 1999 ਨੂੰ ਹੁੰਦਾ। ਠੀਕ ਆ? ਅਤੇ ਜਿਹੜਾ UN ਨੇ ਕਿਹਾ ਸੀਗਾ ਵੀ ਦਿਨ ਮਨਾਵਾਂਗੇ ਆਪਾਂ, ਜਿਹੜਾ UN ਜਨਰਲ ਅਸੈਂਬਲੀ ਨੇ ਕਿਹਾ ਸੀ ਨਾ, UNGA ਮਤਲਬ ਕਿ ਯੂਨਾਈਟਡ ਨੇਸ਼ਨ ਜਨਰਲ ਅਸੈਂਬਲੀ ਆ, ਇਹਨੇ ਇਹ ਕਦੋਂ ਕਿਹਾ ਸੀ? 1994 ਦੇ ਵਿੱਚ ਇਹਨੇ ਕਿਹਾ ਸੀ ਵੀ 16 ਸਤੰਬਰ ਨੂੰ ਅਸੀਂ ਹਰ ਸਾਲ ਓਜ਼ੋਨ ਡੇ ਆ ਜਿਹੜਾ ਉਹ ਮਨਾਇਆ ਕਰਾਂਗੇ। ਅਤੇ ਜਿਹੜੀ ਇਹਦੀ ਯੂਨਿਟ ਆ ਮਾਪਣ ਦੇ ਲਈ, ਉਹ ਕਾਹਦੇ 'ਚ ਆਪਾਂ ਮਾਪਦੇ ਹਾਂ? ਡੈਪਸਨ ਦੇ ਵਿੱਚ। ਇਹਨੂੰ ਅਸੀਂ ਕਾਹਦੇ 'ਚ ਮਾਪਦੇ ਹਾਂ? ਡੈਪਸਨ ਦੇ ਵਿੱਚ। ਬਾਕੀ ਇਹਦੇ ਨਾਲ ਇੱਕ ਰਿਲੇਟਡ ਇੱਧਰਲੇ ਪਾਸੇ ਦੇਖ ਲਓ ਰਾਈਟ ਸਾਈਡ 'ਤੇ ਇੱਕ ਐਗਰੀਮੈਂਟ ਆ, ਕਿਗਲੀ ਐਗਰੀਮੈਂਟ। ਠੀਕ ਆ? ਕਿਗਲੀ ਐਗਰੀਮੈਂਟ। ਬਸ ਇਹ ਯਾਦ ਰੱਖਣਾ ਵੀ ਇਹ ਵੀ ਕਾਹਦੇ ਨਾਲ ਆ? ਓਜ਼ੋਨ ਦੇ ਲਈ ਆ। ਤਾਂ ਮਤਲਬ ਇਹਦੇ 'ਚ ਆਪਣਾ ਭਾਰਤ ਵੀ ਹੈ, ਚੀਨ ਵੀ ਹੈ, USA ਵੀ ਹੈ, ਸਾਰੇ ਤਕੜੇ ਦੇਸ਼ ਨੇ। ਇਹਨਾਂ ਨੇ ਕਿਹਾ ਵੀ 2045 ਤੱਕ 85% ਆ ਜਿਹੜਾ ਉਹ HFC ਆ, ਉਹਨੂੰ ਅਸੀਂ ਉਹਦਾ ਯੂਜ਼ ਆ ਜਿਹੜਾ ਉਹ ਘੱਟ ਕਰਨਾ। ਅਤੇ ਆਹ ਓਜ਼ੋਨ ਦੇ ਬਾਰੇ ਜਿੰਨੇ ਕੁ ਪੁਆਇੰਟਸ ਉਮੀਦ ਕਰਦੇ ਹਾਂ ਵੀ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਠੀਕ ਆ? ਓਜ਼ੋਨ ਕਿਹੜੇ ਬੰਦੇ ਨੇ ਮਤਲਬ ਕਿ ਇਹਦੀ ਫਾਰਮੇਸ਼ਨ ਦੱਸੀ ਹੈ? ਚੈਂਪਮੈਨ ਨੇ। ਅਤੇ ਜਿਹੜਾ ਉਹਨਾਂ ਨੇ ਪ੍ਰੋਸੈਸ ਦੱਸਿਆ ਓਜ਼ੋਨ ਨੂੰ, ਉਹਨੇ ਨਾਮ ਦਿੱਤਾ O3, ਵੀ ਮਤਲਬ ਆਕਸੀਜਨ ਦੇ 3 ਅਣੂ ਨੇ, ਅਤੇ ਉਹ ਮਤਲਬ ਕਿਵੇਂ ਬ੍ਰੇਕ ਡਾਊਨ ਹੁੰਦੇ ਆ ਸਨਲਾਈਟ ਦੇ ਨਾਲ, ਅਤੇ ਉਹਨਾਂ ਨੂੰ ਕਿਹਾ ਗਿਆ ਚੈਂਪਮੈਨ ਸਾਈਕਲ ਥਿਓਰੀ ਜਾਂ ਚੈਂਪਮੈਨ ਸਾਈਕਲ ਕਿਹਾ ਗਿਆ। ਬਾਕੀ ਇਹਨਾਂ ਦੇ ਸਾਇੰਟਿਸਟ ਦਾ ਨੇਮ, ਅਤੇ ਕਿਹੜੇ ਦਿਨ ਨੂੰ ਮਨਾਉਂਦੇ 16 ਸਤੰਬਰ ਨੂੰ ਮਨਾਇਆ ਜਾਂਦਾ। ਅਤੇ ਇਹਦੇ ਨਾਲ 2 ਪ੍ਰੋਟੋਕੋਲ ਨੇ, ਇੱਕ ਮੌਂਟਰੀਅਲ ਪ੍ਰੋਟੋਕੋਲ ਆ 1987 ਦੇ ਵਿੱਚ ਹੋਇਆ ਸੀ, ਅਤੇ ਇੱਕ ਇਹਦੇ ਨਾਲ ਕਿਗਲੀ ਐਗਰੀਮੈਂਟ ਆ। ਓਕੇ? ਬਾਕੀ ਹੁਣ ਓਜ਼ੋਨ ਦੇ ਬਾਰੇ ਇੱਕ ਪੁਆਇੰਟ ਹੋਰ ਦੇਖ ਲਓ। ਤਾਂ ਇਹਦੇ ਬਾਰੇ ਆਪਾਂ ਜੇ ਦੇਖੀਏ ਡੀਪਲੇਸ਼ਨ। ਠੀਕ ਆ? ਡੀਪਲੇਸ਼ਨ ਦੀ ਗੱਲ ਕਰੀਏ, ਮਤਲਬ ਕਿ ਇਹਦਾ ਪੰਜਾਬੀ 'ਚ ਆਪਾਂ ਕੀ ਕਹਾਂਗੇ ਇਹਨੂੰ? ਇਹਦੇ 'ਚ ਜਾਣੀ ਕਿ ਸੁਰਾਖ ਹੋਣਾ ਜਾਂ ਟੁੱਟਣਾ ਹੈ ਨਾ ਇਹਦਾ। ਤਾਂ ਇਹਦੇ ਮੁੱਖ ਕਾਰਨ ਕੀ ਨੇ? CFC, HFC, ਕਲੋਰੋਫਲੋਰੋਕਾਰਬਨ ਵਗੈਰਾ ਦਾ ਇਹ ਨੇ। ਤਾਂ ਇਹਨਾਂ ਨੂੰ ਈਟਿੰਗ ਗੈਸਜ਼ ਆਫ ਓਜ਼ੋਨ ਵੀ ਕਿਹਾ ਜਾਂਦਾ। ਅਤੇ ਇਹਨਾਂ ਦੇ ਬਾਰੇ ਬਹੁਤ ਜ਼ਿਆਦਾ ਕੁਐਸਚਨ ਆਉਂਦੇ ਆ ਵੀ ਓਜ਼ੋਨ ਦੇ ਬਾਰੇ, ਵੀ ਮਤਲਬ ਇਹਨਾਂ ਦੀਆਂ ਈਟਿੰਗ ਗੈਸ ਕਿਹੜੀਆਂ ਨੇ, ਜਾਂ ਮੇਨ ਕਾਰਨ ਇਹਦਾ ਕਿਹੜੇ ਨੇ? CFC ਅਤੇ HFC ਇਹ ਦਾ ਮੇਨ ਕਾਰਨ ਨੇ। ਇਹ ਕਿਹਨਾਂ ਦੇ ਦੁਆਰਾ ਡਿਪਰੈਸ਼ਨ ਵਾਲੀ ਥਿਓਰੀ ਕਿਹਨੇ ਦਿੱਤੀ ਗਈ ਸੀ? ਮਤਲਬ ਇਹਨੂੰ ਫਾਊਂਡ ਕੀਤਾ ਸੀਗਾ ਫਾਰਮੈਨ ਨੇ। ਇਹਨਾਂ ਨੂੰ ਕਿਹਨਾਂ ਨੇ ਕੀਤਾ ਸੀਗਾ? ਫਾਰਮੈਨ ਨੇ 1984। ਓਕੇ? ਮਤਲਬ ਅੰਟਾਰਕਟਿਕਾ ਕੌਂਟੀਨੈਂਟ 'ਤੇ। ਕਿੱਥੇ? ਅੰਟਾਰਕਟਿਕਾ ਕੌਂਟੀਨੈਂਟ। ਬਸ ਇੰਨਾ ਕੀ ਯਾਦ ਰੱਖਣਾ ਤੁਸੀਂ, ਇਹਨਾਂ ਦੇ ਬਾਰੇ ਹੋਰ ਕੋਈ ਜ਼ਿਆਦਾ ਨਹੀਂ ਹੈਗਾ। ਅੰਟਾਰਕਟਿਕਾ ਕੌਂਟੀਨੈਂਟ 'ਤੇ, ਮਤਲਬ ਅੰਟਾਰਕਟਿਕਾ ਮਹਾਦੀਪ 'ਤੇ। ਠੀਕ ਆ? ਤਾਂ ਮਤਲਬ ਵੀ ਇਹੀ ਆ ਡਿਪਲੇਸ਼ਨ ਓਜ਼ੋਨ ਦਾ, ਇਹਨਾਂ ਦੇ ਨਾਲ ਜਿਹੜਾ ਨਾਮ ਜੁੜਦਾ ਗਾ। ਅਤੇ ਬਾਕੀ ਜਿਹੜਾ ਉਹਨਾਂ ਦੇ ਬਾਰੇ ਸੀਗਾ ਮੈਂ ਤੁਹਾਨੂੰ ਉਹ ਵੀ ਪੁਆਇੰਟ ਦੱਸਦੇ ਨੇ। ਅਤੇ ਜਿਹੜੀ ਉਹਨੂੰ ਆਪਾਂ ਮਾਪਦੇ ਹਾਂ ਉਹ ਕਾਹਦੇ 'ਚ ਮਾਪਦੇ ਹਾਂ? ਆਪਾਂ ਡੈਪਸਨ ਦੇ ਵਿੱਚ ਮਾਪਦੇ ਹਾਂ। ਕਲੀਅਰ ਆ? ਤਾਂ ਤੁਹਾਨੂੰ ਇੰਨੀਆਂ ਤਾਂ ਲੇਅਰ ਕਲੀਅਰ ਹੋ ਗਈਆਂ ਹੋਣਗੀਆਂ। ਗੈਸਿਸ ਦੇ ਬਾਰੇ ਗੱਲ ਕਰ ਲਈ, ਵਾਟਰ ਵੈਪਰ ਦੇ ਬਾਰੇ ਗੱਲ ਕਰ ਲਈ, ਪਾਰਟੀਕੂਲੇਟ ਮੈਟਰਸ ਦੇ ਬਾਰੇ ਗੱਲ ਕਰ ਲਈ, ਸਟਰਕਚਰ ਆਫ ਐਟਮੋਸਫੀਅਰ ਇਹਦੇ ਬਾਰੇ ਗੱਲ ਹੋ ਗਈ, ਹੋਮੋਸਫੀਅਰ ਇਹਦੇ ਬਾਰੇ ਵੀ ਹੋ ਗਈ, ਥੀਟਰੀਓਸਫੀਅਰ ਇਹਦੇ ਬਾਰੇ ਵੀ ਕਰ ਲਈ, ਤਾਂ ਚੇਂਜ ਇਨ ਟੈਂਪਰੇਚਰ ਇਹਦੇ ਬਾਰੇ ਵੀ ਗੱਲ ਕਰ ਲਈ, ਟ੍ਰੋਪੋਸਫੀਅਰ ਦੇ ਬਾਰੇ ਗੱਲ ਹੋ ਗਈ, ਸਟ੍ਰੈਟੋਸਫੀਅਰ ਦੇ ਬਾਰੇ ਆਪਾਂ ਗੱਲ ਕਰ ਰਹੇ ਸੀ। ਠੀਕ ਆ? ਤਾਂ ਹੁਣ ਦੇਖੋ ਇਹਦੇ 'ਚ ਮਤਲਬ ਕਿ ਇਹ ਕਲਾਊਡ ਵਗੈਰਾ ਜਿਹੜੇ ਪਾਏ ਜਾਂਦੇ ਆ, ਜਦੋਂ
ਆਪਾਂ ਦੇਖੀਏ ਵੀ ਇਹਦੇ 'ਚ ਗਰਮੀ ਹੈ ਜਿਹੜੀ ਸੂਰਜ ਦੀ ਬਹੁਤ ਜ਼ਿਆਦਾ ਉਹਨੂੰ ਆਪਦੇ ਆਪ 'ਚ ਸੋਖ ਲੈਂਦੀ ਆ ਤਾਂ ਇੰਨੇ ਗਰਮ ਹੋ ਜਾਂਦੇ ਉੱਥੇ ਬੱਦਲ ਨਹੀਂ ਪਾਏ ਜਾਂਦੇ ਤਾਂ ਕਰਕੇ ਜਿਹੜੇ ਏਰੋਪਲੇਨ ਨੇ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਲੱਗਦੀ। ਤਾਂ ਜਹਾਜ਼ ਨੇ ਜਿਹੜੇ ਉਹ ਕਿਹੜੇ 'ਚ ਚਲਾਏ ਜਾਂਦੇ ਨੇ ਹਮੇਸ਼ਾ ਦੂਸਰੀ ਲੇਅਰ ਜਾਣੀ ਕਿ ਸਟ੍ਰੈਟੋਸਫੀਅਰ ਦੇ ਵਿੱਚ ਚਲਾਏ ਜਾਂਦੇ ਆ। ਓਕੇ, ਤੇ ਜਿਹੜੇ ਬੱਦਲ ਵਗੈਰਾ ਨੇ ਆਪਾਂ ਨੂੰ ਜਹਾਜ਼ ਬੱਦਲਾਂ ਦੇ ਪਿੱਛੇ ਹੀ ਦਿੰਦੇ ਆ ਤਾਂ ਜਿਹੜੇ ਬੱਦਲ ਨੇ ਇਹ ਤਾਂ ਇਕੱਲੀ ਆਪਣੀ ਟ੍ਰੋਪੋਸਫੀਅਰ ਦੇ ਵਿੱਚ ਹੀ ਬਣਦੇ ਆ ਤਾਂ ਕਰਕੇ ਜਹਾਜ਼ ਆਪਾਂ ਨੂੰ ਇਹਨਾਂ ਦੇ ਹਮੇਸ਼ਾ ਉੱਪਰ ਦਿੰਦੇ ਆ। ਤਾਂ ਜਹਾਜ਼ ਸਟ੍ਰੈਟੋਸਫੀਅਰ 'ਚ ਨੇ ਕਿਉਂਕਿ ਟ੍ਰੋਪੋ ਦੇ ਉੱਪਰ ਸਟ੍ਰੈਟੋਸਫੀਅਰ ਆ। ਕਲੀਅਰ ਆ? ਤਾਂ ਬਾਕੀ ਇਦੋਂ ਫਿਰ ਇਹਦੇ ਵਿੱਚ ਵੀ ਦੇਖੋ ਸਟ੍ਰੈਟੋਪੌਜ਼ ਆ ਗਿਆ, ਉਹਦੇ 'ਚ ਮੀਜ਼ੋਪੌਜ਼ ਆਪਣਾ ਟ੍ਰੋਪੋਪੌਜ਼ ਸੀ, ਇਹਦੇ 'ਚ ਆਪਣਾ ਸਟ੍ਰੈਟੋਪੌਜ਼ ਆ। ਤਾਂ ਇਹ ਸਟ੍ਰੈਟੋਸਫੀਅਰ ਤੇ ਮੀਜ਼ੋਸਫੀਅਰ ਦੇ ਬਿਟਵੀਨ ਆ। ਕਲੀਅਰ ਆ ਵੀ? ਤਾਂ ਅੱਗੇ ਦੇਖੋ ਮੀਜ਼ੋਸਫੀਅਰ ਦੇ ਬਾਰੇ। ਤਾਂ ਜਿਹੜੀ ਮੀਜ਼ੋਸਫੀਅਰ ਆ ਇਹ ਕਿਹੜੀ ਲੇਅਰ ਆ? ਇਹ ਆਪਣੀ ਥਰਡ ਲੇਅਰ ਆ। ਠੀਕ ਆ, ਮੀਜ਼ੋਸਫੀਅਰ ਕਿਹੜੀ ਆ? ਤਾਂ ਇਹ ਥਰਡ ਲੇਅਰ ਆ। ਤਾਂ ਮਤਲਬ ਇਹਦੇ 'ਚੋਂ ਸਾਰੀਆਂ ਰੇਜ਼ ਨੇ ਨਾ ਜਿਹੜੀਆਂ ਉਹ ਕ੍ਰੋਸ ਕਰ ਜਾਂਦੀਆਂ ਨੇ ਕਿਉਂਕਿ ਇਹਦੇ ਡਸਟ ਪਾਰਟੀਕਲ ਬਿਲਕੁਲ ਨਹੀਂ ਹੈਗੇ। ਮੀਜ਼ੋਸਫੀਅਰ ਦੇ ਵਿੱਚ ਨੋ ਫਾਊਂਡ ਡਸਟ ਪਾਰਟੀਕਲਸ। ਤਾਂ ਸਭ ਤੋਂ ਇਹ ਜ਼ਿਆਦਾ ਕਿਹੜੀ ਹੈ? ਕੋਲਡੈਸਟ ਲੇਅਰ ਆ। ਇੱਥੇ ਕੁਝ ਵੀ ਨਹੀਂ ਹੈਗਾ ਕਿਉਂਕਿ ਜਦੋਂ ਸੂਰਜ ਦੀ ਲਾਈਟ ਆਈ, ਜਿਵੇਂ ਕਿ ਦੇਖੋ ਤੁਸੀਂ ਇੱਥੇ ਆ ਮਤਲਬ ਕਿ ਲੇਅਰ ਆ ਨਾ, ਤਾਂ ਇੱਥੋਂ ਆਪਣਾ ਸਨ ਤੋਂ ਇੱਥੋਂ ਆ ਲਾਈਟ ਆ ਰਹੀ ਹੈ ਸਨ ਦੀ ਇੱਧਰੋਂ, ਇੱਥੇ ਕੋਈ ਰੁਕਾਵਟ ਲੱਗੂਗੀ ਨਹੀਂ, ਕੋਈ ਚੀਜ਼ ਸੁੱਖੂਗੀ ਨਹੀਂ ਤਾਂ ਉਹ ਤੈਨੂੰ ਕ੍ਰੋਸ ਕਰਕੇ ਹੀ ਸਿੱਧੀ ਲੰਘ ਜੂਗੀ ਨਾ, ਤਾਂ ਇੱਥੇ ਤਾਂ ਉਹ ਖੜੀ ਹੋ ਨਹੀਂ। ਤਾਂ ਕਰਕੇ ਇਹ ਸਭ ਤੋਂ ਕੀ ਆ? ਕੋਲਡੈਸਟ ਲੇਅਰ ਆ। ਤਾਂ ਕੋਲਡੈਸਟ ਮੀਜ਼ੋਸਫੀਅਰ ਆ, ਮਿਡਲ ਵਾਲੀ ਸਭ ਤੋਂ ਕੋਲਡੈਸਟ ਆ। ਠੀਕ ਆ, ਟੈਂਪਰੇਚਰ ਮਤਲਬ ਕਿ ਇੱਥੇ ਦਾ ਟੈਂਪਰੇਚਰ ਲਗਾਤਾਰ ਘਟਦਾ ਗਾ। ਠੀਕ ਆ, ਸਟਾਰਟ ਡਿਕਰੀਜ਼ਿੰਗ ਵਿਦ ਦਾ ਇਨਕਰੀਜ਼ਿੰਗ ਐਲਟੀਟਿਊਡ। ਹਾਈਟ ਵਧਣ ਦੇ ਨਾਲ ਇੱਥੇ ਟੈਂਪਰੇਚਰ ਕੀ ਕਰਦਾ? ਆਪਣਾ ਡਿਕਰੀਜ਼ ਕਰਦਾ। ਕਲੀਅਰ ਆ? ਬਸ ਹੋਰ ਇਹਦੇ ਬਾਰੇ ਤੁਸੀਂ ਇੰਨਾ ਮਤਲਬ ਕਿ ਤੁਹਾਨੂੰ ਪੁਆਇੰਟ ਹੈ ਨਹੀਂ ਗੇ ਇਹਦੇ ਮੀਜ਼ੋਸਫੀਅਰ ਦੇ ਬਾਰੇ, ਬਸ ਤੁਸੀਂ ਯਾਦ ਰੱਖਣਾ ਵੀ ਮੀਜ਼ੋਸਫੀਅਰ ਆ ਜਿਹੜੀ, ਤਾਂ ਇਹਦੇ 'ਚ ਆਪਣਾ ਕੀ ਹੁੰਦਾ? ਮੀਜ਼ੋਸਫੀਅਰ ਦੇ ਵਿੱਚ ਕੋਈ ਵੀ ਆਪਣਾ ਜਿਹੜਾ ਡਸਟ ਪਾਰਟੀਕਲ ਇੱਕ ਸਿੰਗਲ ਵੀ ਦੇਖਣ ਨੂੰ ਹੈ ਨਹੀਂਗਾ, ਤਾਂ ਕਰਕੇ ਉੱਥੇ ਰੁਕਾਵਟ ਕੋਈ ਲੱਗਦੀ ਨਹੀਂ। ਸਨਲਾਈਟ ਨੂੰ ਇੱਥੋਂ ਸਨਲਾਈਟ ਆਉਂਦੀ ਹੈ ਅਤੇ ਉਹ ਸਿੱਧੀ ਇਹਨੂੰ ਹੀ ਕ੍ਰੋਸ ਕਰਕੇ ਲੰਘ ਜਾਂਦੀ ਹੈ, ਇੱਥੇ ਰੁਕਦੀ ਹੈ ਨਹੀਂ। ਠੀਕ ਆ, ਜਿਵੇਂ ਕਿ ਆਪਾਂ ਅਗਰ ਦੂਜੀ ਲੇਅਰ ਦੀ ਗੱਲ ਕਰੀ ਸੀ ਉਹਦੇ 'ਚ ਤਾਂ ਉੱਥੇ ਹੀ ਰੋਕ ਲੈਂਦੀ ਸੀ, ਐਵੇਂ ਸੋਖ ਲੈਂਦੀ ਸੀ, ਤਾਂ ਕਰਕੇ ਉਹ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਆ। ਪਰ ਮੀਜ਼ੋਸਫੀਅਰ ਦੇ ਵਿੱਚ ਤਾਂ ਇਹੋ ਜਿਹਾ ਕੁਛ ਨਹੀਂ, ਤਾਂ ਕਰਕੇ ਇਹ ਕਿਹੜੀ ਲੇਅਰ ਆ? ਕੋਲਡੈਸਟ ਆ। ਤਾਂ ਇਹਦੇ 'ਚ ਠੀਕ ਆ, ਅਤੇ ਇਹਦੇ 'ਚ ਆਪਣਾ ਕਿਹੜਾ ਪਾਊਜ਼ ਆ? ਮੀਜ਼ੋਪੌਜ਼ ਆ। ਇਹਦੇ 'ਚ ਮਤਲਬ ਕਿ ਮੀਜ਼ੋਸਫੀਅਰ ਨੋਨ ਐਜ਼ ਦਾ ਅਪਰ ਲਿਮਟ ਆਫ ਦਾ ਮੀਜ਼ੋਸਫੀਅਰ ਨੋਨ ਐਜ਼ ਦਾ ਮੀਜ਼ੋਪੌਜ਼ ਕਹਿੰਦੇ ਇਹਨੂੰ। ਠੀਕ ਆ, ਤਾਂ ਹੁਣ ਦੇਖੋ ਤੁਸੀਂ ਆਹ ਆਪਾਂ ਜਿਹੜੀਆਂ ਲੇਅਰ ਬਣਾਈਆਂ ਸੀ ਨਾ, ਆਹ ਸਾਰਿਆਂ ਨਾਲੋਂ ਪਹਿਲਾਂ ਆਪਣੀ ਕਿਹੜੀ ਆ? ਟ੍ਰੋਪੋ ਆ। ਤਾਂ ਟ੍ਰੋਪੋ ਦੇ ਵਿੱਚ ਤਾਂ ਮਤਲਬ ਠੀਕ ਹੀ ਆ। ਫਿਰ ਜਿਹੜੀ ਸਟ੍ਰੈਟੋ ਆ ਇਹਦੇ 'ਚ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਫਾਈ ਆ, ਮੀਜ਼ੋ ਦੇ ਵਿੱਚ ਫੇਰ ਘਟ ਜਾਂਦਾ, ਅਤੇ ਫਿਰ ਇਹ ਬਾਅਦ 'ਚ ਆ ਦੋਨਾਂ ਦੇ ਵਿੱਚ ਇਹਦੇ 'ਚ ਵੀ ਵੱਧਦਾ, ਇਹਦੇ 'ਚ ਵੀ ਵੱਧਦਾ। ਤਾਂ ਮਤਲਬ ਘੱਟ ਵਾਲੀਆਂ ਦੋ ਹੀ ਨੇ, ਇੱਕ ਤੀਜੀ ਇੱਕ ਪਹਿਲੀ। ਇੱਥੇ ਟੈਂਪਰੇਚਰ ਘੱਟ ਆ, ਇਹ ਤੋਂ ਬਾਅਦ ਤਿੰਨ ਨੇ ਜਿਹੜੀਆਂ ਇਹਨਾਂ ਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਫਾਈ ਆ। ਅੱਗੇ ਦੇਖੋ ਥਰਮੋਸਫੀਅਰ, ਤਾਂ ਮਤਲਬ ਫਾਊਂਡ ਅਬਵ ਮੀਜ਼ੋਪੌਜ਼। ਮੀਜ਼ੋਪੌਜ਼ ਦੇ ਉੱਪਰ ਪਾਈ ਜਾਂਦੀ ਹੈ ਇਹ 80 ਤੋਂ 400 ਕਿਲੋਮੀਟਰ ਤੱਕ। ਠੀਕ ਆ, ਤਾਂ ਇਹ ਪਾਈ ਜਾਂਦੀ ਆ। ਠੀਕ ਆ, ਮੀਜ਼ੋਪੌਜ਼ ਦੇ। ਤਾਂ ਇਹਦੇ 'ਚ ਮਤਲਬ ਕਿ ਕੀ ਨੇ? ਕੰਟੇਨ ਇਲੈਕਟ੍ਰੀਕਲੀ ਚਾਰਜ ਪਾਰਟੀਕਲ। ਇੱਥੇ ਆਇਓਨ ਪਾਏ ਜਾਂਦੇ ਨੇ, ਇਲੈਕਟ੍ਰੀਕਲੀ ਚਾਰਜ ਹੁੰਦੇ ਨੇ। ਠੀਕ ਆ, ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਆਇਨੋਸਫੀਅਰ ਕਹਿੰਦੇ ਹਾਂ। ਮਤਲਬ ਇਹਦੇ ਦੋ ਨਾਮ ਨੇ, ਥਰਮੋਸਫੀਅਰ ਔਰ ਆਇਨੋਸਫੀਅਰ। ਤਾਂ ਇੱਥੇ ਆਇਓਨ ਪਾਏ ਜਾਂਦੇ ਨੇ, ਤਾਂ ਕਰਕੇ ਇਹਨੂੰ ਅਸੀਂ ਆਇਨੋਸਫੀਅਰ ਕਹਿ ਦਿੰਦੇ ਹਾਂ। ਅਤੇ ਜੋ ਵੀ ਰੇਜ਼ ਨੇ ਨਾ ਮੋਰ ਇਫੈਕਟਿਵ ਹੁੰਦੀਆਂ ਨੇ ਇਹਦੇ 'ਚ। ਠੀਕ ਆ, ਅਤੇ ਇਹਦੇ 'ਚ ਕਿਹੜਾ ਰੇਟ ਪਾਇਆ ਜਾਂਦਾ? ਨੈਗੇਟਿਵ ਲੈਪਸ ਰੇਟ ਪਾਇਆ ਜਾਂਦਾ। ਜਿਹੜੀ ਥਰਮੋਸਫੀਅਰ ਹੈ ਇਹਦੇ 'ਚ ਨੈਗੇਟਿਵ ਆ, ਕਿਉਂਕਿ ਇਹਦੇ 'ਚ ਨਾਲੇ ਤਾਂ ਹਾਈਟ ਵੱਧਦੀ ਆ ਅਤੇ ਨਾਲੇ ਟੈਂਪਰੇਚਰ ਵੀ ਬਹੁਤ ਜ਼ਿਆਦਾ ਵੱਧ ਜਾਂਦਾ। ਤਾਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਨਾ ਵੀ ਮਤਲਬ ਦੇਖੋ ਇੱਥੇ ਨੀਚੇ ਤੁਸੀਂ ਇੱਥੇ ਦੇਖੋ, ਇੱਕ ਤਾਂ ਆਹ ਵਾਲੀ 'ਚ ਘੱਟ ਆ, ਇੱਕ ਇਹਦੇ 'ਚ ਘੱਟ ਆ, ਬਾਕੀ ਸਾਰੀਆਂ ਦੇ ਵਿੱਚ ਤਾਂ ਨੈਗੇਟਿਵ ਹੀ ਚੱਲਦਾ ਕਿਉਂਕਿ ਹਾਈਟ ਵੀ ਵੱਧ ਰਹੀ ਆ ਅਤੇ ਨਾਲ ਦੀ ਨਾਲ ਉਹਦੇ 'ਚ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਫਾਈ ਵੱਧ ਰਿਹਾ। ਤਾਂ ਇਹਦੇ 'ਚ ਆਪਣੇ ਕੀ ਆ? ਇਹਦੇ 'ਚ ਆਪਣਾ ਜਿਹੜਾ ਆਪਣਾ ਕੀ ਕਹਿੰਦੇ ਉਹਨੂੰ? ਆਹ ਰੇਡੀਓ ਵਗੈਰਾ ਨੇ ਨਾ, ਉਹ ਮਤਲਬ ਕਿ ਇੱਥੇ ਲਾਏ ਜਾਂਦੇ ਆ ਇਹਦੇ 'ਚ। ਠੀਕ ਆ, ਤਾਂ ਕਰਕੇ ਜਿਹੜਾ ਮਤਲਬ ਕਿ ਇਹ ਮਤਲਬ ਵਾਪਸ ਕਰ ਦਿੰਦੇ, ਰਿਫਲੈਕਟ ਕਰ ਦਿੰਦੇ। ਆਇਓਨਸ ਨੇ ਨਾ ਜਿਹੜੇ, ਇਹ ਰਿਫਲੈਕਟ ਕਰ ਦਿੰਦੇ ਆ ਵੇਵਸ ਨੂੰ। ਤਾਂ ਕਰਕੇ ਆਪਣੇ ਜਿਹੜੇ ਤਾਂ ਮਤਲਬ ਕਿ ਆਪਣੇ ਰੇਡੀਓ ਸਟੇਸ਼ਨ ਵਗੈਰਾ ਨੇ ਉਹ ਸਾਰੇ ਆਪਾਂ ਥਰਮੋਸਫੀਅਰ ਦੇ ਵਿੱਚ ਲਾਉਂਦੇ ਹਾਂ। ਠੀਕ ਆ, ਜਾਂ ਆਇਨੋਸਫੀਅਰ ਦੇ ਵਿੱਚ ਲਾਉਂਦੇ ਹਾਂ। ਓਕੇ, ਤਾਂ ਇਹਦੇ 'ਚ ਕੀ ਆ? ਇਨਕਰੀਜ਼ਿੰਗ ਅਗੇਨ ਵਿਦ ਇਨਕਰੀਜ਼ਿੰਗ ਹਾਈਟ। ਦਾ ਮਤਲਬ ਕਿ ਆ ਉਹੀ ਗੱਲ ਆ ਗਈ ਵੀ ਇੱਥੇ ਕਿਹੜਾ ਲੈਪਸ ਰੇਟ ਚੱਲਦਾ? ਆਪਣਾ ਆਪਣਾ ਨੈਗੇਟਿਵ ਲੈਪਸ ਰੇਟ ਆ। ਅਤੇ ਬਾਕੀ ਇਹਦੇ 'ਚ ਅਰੋਰਾ ਅਤੇ ਇਹ ਲੇਅਰ ਦੇ ਵਿੱਚ ਪਾਏ ਜਾਂਦੇ ਆ। ਤਾਂ ਇਹਦੇ 'ਚ ਮਤਲਬ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਫਾਈ ਰਹਿੰਦਾ ਗਾ। ਹੋਰ ਇਹਦੇ 'ਚ ਕੀ ਆ? ਇੰਟਰਨੈਸ਼ਨਲ ਸਪੇਸ ਸਟੇਸ਼ਨ ਐਂਡ ਸੈਟੇਲਾਈਟਸ ਆਰਬਿਟ ਇਨ ਦਿਸ ਲੇਅਰ। ਮਤਲਬ ਕਿ ਜਿਹੜੇ ਸਪੇਸ ਸਟੇਸ਼ਨ ਨੇ ਉਹ ਵੀ ਇਹਦੇ 'ਚ ਨੇ, ਰੇਡੀਓ ਸਟੇਸ਼ਨ ਉਹ ਵੀ ਇਹਦੇ 'ਚ ਨੇ। ਠੀਕ ਆ, ਇਹ ਆਪਣੀ ਥਰਮੋਸਫੀਅਰ ਜਾਂ ਆਇਨੋਸਫੀਅਰ ਦੇ ਵਿੱਚ ਨੇ। ਕਲੀਅਰ ਆ? ਤਾਂ ਅੱਗੇ ਦੇਖੋ ਆਇਓਨੋਸਫੀਅਰ। ਤਾਂ ਇਹ ਲੋਅਰ ਥਰਮੋਸਫੀਅਰ ਆ, ਮਤਲਬ ਕਿ ਜਿਵੇਂ ਆ ਆਪਾਂ ਗੱਲ ਕਰਦੇ ਸੀ ਇਹਦੇ ਬਾਰੇ। ਠੀਕ ਆ, ਆਹ ਆਪਣੀ ਸਾਰੀ ਥਰਮੋਸਫੀਅਰ ਆ। ਆਹ ਜਿਹੜੀ ਨੀਚੇ ਵਾਲੀ ਹੈ ਇਹਨੂੰ ਆਇਨੋਸਫੀਅਰ ਕਹਿੰਦੇ ਆ, ਥਰਮੋਸਫੀਅਰ ਸਾਰੀ ਹੋਈ ਆ। ਆਹ ਮਤਲਬ ਕਿ ਲੋਅਰ ਭਾਗ ਨੂੰ ਅਸੀਂ ਆਇਨੋਸਫੀਅਰ ਕਹਿ ਦਿੰਦੇ ਹਾਂ। ਤਾਂ ਆਇਨੋਸਫੀਅਰ ਕੰਜਿਸਟ ਇਲੈਕਟ੍ਰੀਕਲੀ ਚਾਰਜ ਪਾਰਟੀਕਲ ਨੋਨ ਆਇਓਨਸ। ਮਤਲਬ ਉਹੀ ਗੱਲ ਆ ਗਈ, ਮਤਲਬ ਉਹ ਪਹਿਲਾਂ ਆਪਾਂ ਥਰਮੋਸਫੀਅਰ ਦੇ ਬਾਰੇ ਪੜ੍ਹਿਆ, ਉਹ ਆਇਨੋਸਫੀਅਰ ਦੇ ਪੁਆਇੰਟ ਨੇ ਬੇਸਿਕਲੀ। ਥਰਮੋਸਫੀਅਰ ਦੇ ਨੀਚੇ ਵਾਲੇ ਭਾਗ ਨੂੰ ਅਸੀਂ ਆਇਨੋਸਫੀਅਰ, ਜਿਵੇਂ ਆਪਾਂ ਕੱਲ੍ਹ ਕੋਰ ਪੜ੍ਹੀ ਸੀ, ਇਨਰ ਕੋਰ, ਆਊਟਰ ਕੋਰ, ਉੱਪਰਲੀ ਮੈਂਟਲ, ਨੀਚੇ ਵਾਲੀ ਮੈਂਟਲ। ਇਟ ਇਜ਼ ਆਲਸੋ ਨੋਨ ਫॉर ਦ ਅਰੋਰਾ
ਡਿਸਪਲੇ ਸੱਚ ਐਜ਼ ਦਾ ਨਦਰਨ ਲਾਈਟਸ। ਮਤਲਬ ਇੱਕ ਹੁੰਦੀਆਂ ਅਰੋਰਾ ਲਾਈਟਸ ਹੁੰਦੀਆਂ ਨੇ ਜਿਹੜੀਆਂ ਉਹ ਆਪਾਂ ਨੂੰ ਕਿੱਥੇ ਦਿੰਦੀਆਂ ਨੇ, ਉਹ ਆਪਣੇ ਨਾਰਥ ਦੇ ਵਿੱਚ ਦਿੰਦੀਆਂ ਨੇ, ਔਰ ਜਿਹੜੀਆਂ ਆਪਣੇ ਦੱਖਣ ਦੇ ਵਿੱਚ ਦਿੰਦੀਆਂ ਨੇ ਸਾਊਥ ਸਾਈਡ 'ਤੇ ਉਹ ਆਸਟ੍ਰੇਲਾਈਜ਼ ਨੇ। ਠੀਕ ਆ, ਆਸਟ੍ਰੇਲੀਆ ਵਾਲੀ ਮਤਲਬ ਕਿ ਬਸ ਆਸਟ੍ਰੇਲੀਆ ਕਿੱਧਰ ਆਪਣੇ ਸਾਊਥ ਈਸਟ 'ਚ ਹੈ ਨਾ ਜਮਾ, ਮਤਲਬ ਕਿ ਨੀਚੇ ਤਾਂ ਉਹ ਸਾਊਥ 'ਤੇ ਆ, ਤਾਂ ਸਾਊਥ ਸਦਰਨ ਪੋਲ 'ਤੇ ਕਿਹੜੀਆਂ ਨੇ ਆਸਟ੍ਰੇਲੀਆ ਯਾਦ ਰੱਖਿਓ, ਉੱਪਰ ਆਪਣੇ ਅਰੋਰਾ ਨੇ ਡਿਸਪਲੇ ਸੱਚ ਐਜ਼ ਦਾ ਨਦਰਨ ਲਾਈਟਸ। ਓਕੇ, ਅੱਗੇ ਆਪਣੀ ਹੈਗੀ ਹੈ ਐਗਜ਼ੋਸਪੀਅਰ, ਮਤਲਬ ਇਹ ਜਮਾ ਆਪਣੀ ਜਮਾ ਸਭ ਤੋਂ ਲਾਸਟ ਵਾਲੀ ਆ, ਅਤੇ ਇਨ ਦਿਸ ਇਹ ਸਭ ਤੋਂ ਅਪਰਮੋਸਟ ਆ, ਅਤੇ ਐਟਮੋਸਫੀਅਰ ਦੀ ਅਤੇ ਲਾਈਟ ਗੈਸ ਇੱਥੇ ਹੀਲੀਅਮ ਨੇ, ਹਾਈਡਰੋਜਨ ਨੇ, ਫਲੋਟ ਇਨਟੂ ਸਪੇਸ ਫਰੋਮ ਹੇਅਰ। ਮਤਲਬ ਤੋਂ ਹੀਲੀਅਮ ਅਤੇ ਹਾਈਡਰੋਜਨ ਨੇ ਇਹ ਹਲਕੀਆਂ ਗੈਸਾਂ ਨੇ, ਇਹ ਮਤਲਬ ਕਿ ਆਸੇ ਪਾਸੇ ਕੀ ਕਰੀ ਜਾਂਦੀਆਂ ਨੇ, ਐਕਸਪੈਂਡ ਕਰਦੀਆਂ ਨੇ, ਮਤਲਬ ਬਾਹਰ ਨਿਕਲ ਰਹੀਆਂ ਨੇ ਇੱਥੋਂ। ਟੈਂਪਰੇਚਰ ਗ੍ਰੈਜੂਅਲੀ ਇਨਕਰੀਜ਼ ਥਰੂ ਦਾ ਲੇਅਰ, ਮਤਲਬ ਇੱਥੇ ਟੈਂਪਰੇਚਰ ਬਹੁਤ ਜ਼ਿਆਦਾ, ਨਾਲੇ ਤਾਂ ਹਾਈਟ ਵੱਧ ਗਈ ਫਿਰ ਵੀ ਟੈਂਪਰੇਚਰ ਵੱਧ ਗਿਆ, ਅਤੇ ਨਾਲੇ ਤਾਂ ਫਿਰ ਇਹ ਵੀ ਕਿਹੜਾ ਬਣ ਗਿਆ ਇਹ ਨੈਗੇਟਿਵ, ਕਿਹੜਾ ਰੇਟ ਆ ਇਹ ਨੈਗੇਟਿਵ ਲੈਪਸ ਰੇਟ ਆ। ਲੈਪਸ ਰੇਟ ਤੁਹਾਨੂੰ ਪਤਾ ਲੱਗ ਗਿਆ। ਤਾਂ ਬਾਕੀ ਇਹ ਸੀਗੇ ਅੱਜ ਦਾ ਆਪਣਾ ਐਟਮੋਸਫੀਅਰ ਆਫ ਦਾ ਅਰਥ, ਸਟਰਕਚਰ ਆਫ ਦਾ ਐਟਮੋਸਫੀਅਰ। ਇਹਦੇ ਵਿੱਚ ਜੇ ਕਿਸੇ ਨੂੰ ਕੋਈ ਡਾਊਟ ਹਜੇ ਵੀ ਬਚਦਾ, ਠੀਕ ਆ, ਅਤੇ ਉਹ ਆਪਾਂ ਬਾਅਦ ਦੇ ਵਿੱਚ MCQ ਕਰਾਂਗੇ, ਬਾਕੀ ਤੁਸੀਂ ਉਦੋਂ ਵੀ ਪੁੱਛ ਸਕਦੇ ਹੋ, ਅਤੇ ਬਾਕੀ ਜਿਨ੍ਹਾਂ ਨੂੰ ਹੁਣ ਕੋਈ ਡਾਊਟ ਆ ਉਹ ਤੁਸੀਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ। ਬਾਕੀ ਤੁਹਾਨੂੰ ਜਿਨ੍ਹਾਂ ਨੂੰ ਵੀਡੀਓ ਦੀ PDF ਚਾਹੀਦੀ ਆ ਉਹ ਸਾਡੇ ਟੈਲੀਗ੍ਰਾਮ ਨੂੰ ਜੁਆਇਨ ਕਰ ਸਕਦੇ ਆ, ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ। ਠੀਕ ਆ, ਤੁਸੀਂ ਉੱਥੋਂ ਜੁਆਇਨ ਕਰ ਸਕਦੇ ਹੋ। ਬਾਕੀ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਿਕੁਐਸਟ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ, ਔਰ ਜਿਨ੍ਹਾਂ ਨੂੰ ਕੋਈ ਡਾਊਟ ਆ ਨਾ ਉਹ ਤੁਸੀਂ ਇੱਥੇ ਵੀ ਕਮੈਂਟ ਕਰ ਸਕਦੇ ਹੋ, ਔਰ ਜਿਨ੍ਹਾਂ ਨੂੰ ਮਤਲਬ ਕਿ ਇੱਥੇ ਨਹੀਂ ਤੁਸੀਂ ਕਰਨਾ ਤੇ ਟੈਲੀਗ੍ਰਾਮ 'ਤੇ ਪਾ ਸਕਦੇ ਹੋ, ਤੇ ਔਰ ਨਹੀਂ ਸਾਡੇ ਇੰਸਟਾਗ੍ਰਾਮ ਚੈਨਲ ਦੇ ਉੱਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਠੀਕ ਆ, ਤਾਂ ਉੱਥੇ ਸਾਡੇ ਅਕਾਊਂਟ ਨੂੰ ਤੁਸੀਂ ਫੋਲੋ ਕਰ ਲੈਣਾ, ਔਰ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ, ਔਰ ਅੱਗੇ ਤੋਂ ਅੱਗੇ ਸ਼ੇਅਰ ਕਰੋ, ਤਾਂ ਸਾਨੂੰ ਵੀ ਅੱਗੇ ਤੋਂ ਅੱਗੇ ਮੋਟੀਵੇਸ਼ਨ ਮਿਲਦਾ ਰਹੇ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਲੈਕਚਰ ਕਲੀਅਰ ਹੋਵੇਗਾ, ਔਰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਤੁਹਾਨੂੰ ਮਿਲਿਆ ਹੋਊਗਾ। ਬਾਕੀ ਜੇ ਹਜੇ ਵੀ ਕਿਸੇ ਨੂੰ ਕੋਈ ਡਾਊਟ ਬਚਦਾ ਤਾਂ ਤੁਸੀਂ ਵੀਡੀਓ ਨੂੰ ਦੁਬਾਰਾ ਦੇਖ ਸਕਦੇ ਹੋ। ਬੇਸ਼ੱਕ ਸਪੀਡ ਵਧਾ ਕੇ ਦੇਖੋ, ਘਟਾ ਕੇ ਦੇਖੋ, ਉਹ ਤੁਹਾਡੀ ਇੱਛਾ, ਤਾਂ ਵੀਡੀਓ ਨੂੰ 1 ਤੋਂ 2 ਵਾਰ ਜ਼ਰੂਰ ਦੇਖੋ, ਤਾਂ ਤੁਹਾਡੇ ਸਾਰੇ ਜਿਹੜੇ ਡਾਊਟ ਨੇ ਉਹ ਕਲੀਅਰ ਹੋ ਜਾਣਗੇ। ਅਤੇ ਇਸ ਤੋਂ ਬਾਅਦ ਆਪਾਂ ਜਿਓਗ੍ਰਾਫੀ ਦੇ ਅਗਲੇ ਨਵੇਂ ਟੌਪਿਕ ਦੇ ਨਾਲ ਮਿਲਦੇ ਹਾਂ, ਇਸ ਤੋਂ ਅਗਲੇ ਟੌਪਿਕ ਦੇ ਵਿੱਚ। ਤਦ ਤੱਕ ਲਈ ਸਭ ਨੂੰ ਟੇਕ ਕੇਅਰ।